मैं अभिनव सरपाल ਤੇ ਮੈਂ ਸੁਵਿਧਾ ਦੁੱਗਲ। ਤੇ ਅਸੀਂ ਸਾਰੇ ਅੰਮ੍ਰਿਤਸਰ ਲਈ ਲੈ ਕੇ ਆ ਰਹੇ ਇੱਕ ਬਹੁਤ ਹੀ ਵਧੀਆ ਪਲੇਟਫਾਰਮ। ਅਸੀਂ ਲੈ ਕੇ ਆ ਰਹੇ ਹਾਂ ਅੰਮ੍ਰਿਤਸਰ ਵਾਸੀਆਂ ਲਈ ਸਭ ਤੋਂ ਪਹਿਲਾ ਐਕਟਿੰਗ ਸਟੂਡੀਓ ਦ ਡਰਾਮਾ ਕਲੱਬ, ਜਿੱਥੇ ਤੁਸੀਂ ਐਕਟਿੰਗ, ਡਾਂਸ, ਫਿਟਨੈਸ, ਲਿਟਰੇਚਰ, ਬੁੱਕ ਕਲੱਬ ਸਭ ਚੀਜ਼ਾਂ ਸਿੱਖ ਸਕਦੇ ਹੋ ਤੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਫॉर ਮੋਰ ਇਨਫੋਰਮੇਸ਼ਨ ਫੋਲੋ ਐਂਡ ਸਬਸਕ੍ਰਾਈਬ ਅਸ ਔਨ ਇੰਸਟਾਗ੍ਰਾਮ ਐਂਡ ਫੇਸਬੁੱਕ। ਥੈਂਕ ਯੂ। ਗੂਗਲੀ ਐਂਟਰਟੇਨਮੈਂਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਕਿ ਸੁਵਿਧਾ ਦੁੱਗਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇੱਕ ਮੇਰੇ ਵੱਲੋਂ ਛੋਟਾ ਜਿਹਾ ਸੁਨੇਹਾ ਹੈ ਸਾਰਿਆਂ ਨੂੰ ਕਿ ਤੁਸੀਂ ਸਾਰੇ ਨਾ ਆਪਣਾ ਜਿਹੜੇ ਫੀਲਡ 'ਚ ਵੀ ਹੈਗੇ ਹੋ ਤੁਸੀਂ ਕੰਮ ਕਰਦੇ ਰਹੋ, ਕਦੇ ਨਾ ਹਾਰ ਨਹੀਂ ਮੰਨਣੀ, ਕਿਉਂਕਿ ਉਹ ਜਦੋਂ ਸਾਡੇ ਮਨ 'ਚ ਆ ਜਾਂਦਾ ਨਾ ਹਾਰ ਹੈ ਤੇ ਉਹ ਤੋਂ ਬਾਅਦ ਹੀ ਸਾਡੀ ਜਿੱਤ ਦਾ ਮੁਕਾਮ ਹੁੰਦਾ ਹੈ। ਬਸ ਤੁਰਦੇ ਰਹੋ, ਚੱਲਦੇ ਰਹੋ, ਰੱਬ ਤੁਹਾਡੇ ਨਾਲ ਹੈ, ਤੁਹਾਡਾ ਹੁਨਰ ਤੁਹਾਡੇ ਨਾਲ ਹੈ, ਕਦੇ ਤੁਹਾਨੂੰ ਪਿੱਠ ਨਹੀਂ ਲੱਗਣ ਦਿੰਦਾ। ਥੈਂਕ ਯੂ ਸੋ ਮਚ। ਗੂਗਲੀ ਐਂਟਰਟੇਨਮੈਂਟ ਚੈਨਲ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ। ਸਫ਼ਰ-ਏ ਜ਼ਿੰਦਗੀ ਪ੍ਰੋਗਰਾਮ ਦੇ ਬੈਨਰ ਹੇਠ ਅੱਜ ਐਪੀਸੋਡ 40 ਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਦੇ ਰੂਬਰੂ ਕਰਨ ਜਾ ਰਹੇ ਹਾਂ ਬਹੁਤ ਹੀ ਪਿਆਰੀ ਸ਼ਖਸੀਅਤ, ਸਾਡੀ ਬੱਚੀ ਸੁਵਿਧਾ ਦੁੱਗਲ। ਸੁਵਿਧਾ ਦੁੱਗਲ ਉਹ ਨਾਂ ਜੋ ਬੜੇ ਥੋੜ੍ਹੇ ਸਮੇਂ ਦੇ ਵਿੱਚ ਅੰਬਰਾਂ ਦਾ ਧਰੂ ਤਾਰਾ ਬਣ ਕੇ ਚਮਕਿਆ, ਔਰ ਦਿਲੋਂ ਦੁਆਵਾਂ ਵਾਂ ਇਸ ਬੇਟੀ ਨੂੰ ਕਿ ਇਸੇ ਤਰ੍ਹਾਂ ਹੀ ਅਦਾਕਾਰੀ ਦੇ ਅੰਬਰਾਂ ਦੇ ਵਿੱਚ ਵੱਡੀ ਪਛਾਣ ਜਿਹੜੀ ਆ ਸਥਾਪਿਤ ਕਰੋ। ਤੇ ਮਿਲਦੇ ਆ ਸੁਵਿਧਾ ਦੁੱਗਲ ਜੀ ਨੂੰ। ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ ਸੋ ਮਚ। ਤੁਸੀਂ ਬੜੇ ਪਿਆਰ ਭਰੇ ਨਾਲ ਮੈਨੂੰ ਸਵਾਗਤ ਦਿੱਤਾ ਹੈ, ਮੈਨੂੰ ਬੜਾ ਸੋਹਣਾ ਲੱਗਿਆ। ਥੈਂਕ ਯੂ ਸੋ ਮਚ ਸਰ। ਧੰਨਵਾਦ ਸੁਵਿਧਾ ਦੁੱਗਲ ਜੀ। ਔਰ ਗੱਲ ਕਰਦੇ ਹਾਂ ਕਿ ਕਿਹੜੇ ਸੰਨ ਦੇ ਵਿੱਚ ਜਿਹੜਾ ਵਾ ਤੁਸੀਂ ਅਦਾਕਾਰੀ ਖੇਤਰ ਦੇ ਨਾਲ ਮੋਹ ਪਾਇਆ? ਸਰ ਟੂ ਬੀ ਓਨੈਸਟ, ਮੈਨੂੰ ਯਾਦ ਹੈ ਜਦੋਂ ਮੈਂ 3-4 ਸਾਲ ਦੀ ਸੀਗੀ, ਉਦੋਂ ਮੈਨੂੰ ਯਾਦ ਹੈ ਮੇਰੇ ਦਾਦੂ ਬੜੇ ਖੁਸ਼ ਹੁੰਦੇ ਸੀ ਐਂਡ ਜਦੋਂ ਅਸੀਂ ਪਹਿਲੀ ਇੰਟਰਵਿਊ ਕੀਤੀ ਸੀ ਮੈਂ ਉਦੋਂ ਵੀ ਤੁਹਾਨੂੰ ਇਹ ਚੀਜ਼ ਦੱਸੀ ਸੀ ਕਿ ਮੇਰੇ ਦਾਦੂ ਨੂੰ ਬਹੁਤ ਸ਼ੌਂਕ ਸੀਗੇ ਇਹ ਐਕਟਿੰਗ 'ਚ ਜਾਏ, ਇਹ ਡਾਂਸ ਕਰੇ, ਸਭ ਕੁਝ ਕਰੇ। ਉਦੋਂ ਨਹੀਂ ਪਤਾ ਸੀ ਕਿ ਐਕਚੁਅਲੀ ਮੈਂ ਇਸ ਫੀਲਡ 'ਚ ਆ ਜਾਵਾਂਗੀ, ਬਟ ਸਕੂਲ 'ਚ ਹੀ ਮੈਂ ਐਨੂਅਲ ਫੰਕਸ਼ਨਸ, ਐਕਟਿੰਗ ਦੇ ਜਿਹੜੇ ਸਾਡੇ ਡਰਾਮਾਜ਼ ਹੁੰਦੇ ਸੀ ਉਹਨਾਂ 'ਚ ਐਕਟਿਵ ਹੋ ਗਈ। ਆਫਟਰ +2 ਮੈਂ ਗੁਰਿੰਦਰ ਮਕਨਾ ਜੀ ਨੂੰ ਮਿਲੀ, ਉਹਨਾਂ ਨਾਲ ਮੈਂ ਪ੍ਰੋਫੈਸ਼ਨਲ ਥੀਏਟਰ ਕੀਤਾ, ਫਿਰ ਕੇਵਲ ਸਰ ਨਾਲ ਵੀ ਕੀਤਾ, ਕਾਲਜ 'ਚ ਵੀ ਯੂਥ ਫੈਸਟੀਵਲਸ ਕੀਤੇ। ਅਤੇ ਉਸ ਤੋਂ ਬਾਅਦ ਹੌਲੀ ਹੌਲੀ ਆਡੀਸ਼ਨਸ ਵਗੈਰਾ ਦੇ ਕੇ ਮੈਂ ਫਿਲਮ ਇੰਡਸਟਰੀ ਦਾ ਵੀ ਭਾਗ ਬਣੀ ਅਤੇ ਉਦੋਂ ਤੱਕ ਤਾਂ ਸਫ਼ਰ ਇੱਦਾਂ ਹੀ ਚੱਲੀ ਜਾ ਰਿਹਾ ਹੈ। ਤੁਸੀਂ ਜਿਹੜਾ ਜਿਸ ਤਰ੍ਹਾਂ ਬਚਪਨ ਤੋਂ ਤੁਸੀਂ ਗਿਣਿਆ, ਜਿਸ ਤਰ੍ਹਾਂ ਆਪਾਂ ਪ੍ਰੋਫੈਸ਼ਨਲ ਤੌਰ 'ਤੇ ਗਿਣਦੇ ਹਾਂ ਕਿ ਇਹਨੂੰ ਕਿੰਨੇ ਕੁ ਸਾਲ ਜਿਹੜੇ ਹੋਏ? ਇਹਨੂੰ ਤਕਰੀਬਨ 10 ਸਾਲ ਹੋ ਗਏ ਹੁਣ। 10 ਸਾਲਾਂ ਤੋਂ ਜਿਹੜਾ ਵਾ ਸਫ਼ਰ ਜਾਰੀ ਕੀਤਾ। ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਮੁੱਢਲਾ ਜਿਹੜਾ ਸਫ਼ਰ ਸੀਗਾ ਉਹ ਕਿਹਦੇ ਤੋਂ ਸ਼ੁਰੂ ਹੋਇਆ? ਮੁੱਢਲਾ ਮੇਰਾ ਸਫ਼ਰ ਸੀਗਾ ਜਿਹੜਾ ਮੈਂ ਪਹਿਲਾ ਪਲੇ ਕੀਤਾ ਔਨ ਸਟੇਜ, ਉਹ ਸੀਗਾ ਦੁੱਲਾ ਭੱਟੀ। ਉਹ ਮੈਂ ਗੁਰਬਿੰਦਰ ਸਿੰਘ ਭੱਟੀ ਜੀ ਨਾਲ ਕੀਤਾ। ਸਾਡੇ ਸਕੂਲ ਦੇ ਪੰਜਾਬੀ ਦੇ ਟੀਚਰ ਹੁੰਦੇ ਸੀ, ਉਹਨਾਂ ਨੇ ਮੈਨੂੰ ਪਹਿਲੀ ਵਾਰ, ਉਦੋਂ ਮੈਂ 8th ਸਟੈਂਡਰਡ 'ਚ ਸੀਗੀ, ਮੈਨੂੰ ਮੌਕਾ ਦਿੱਤਾ ਸਟੇਜ 'ਤੇ ਆਉਣ ਦਾ। ਐਂਡ ਆਫਟਰ ਦੈਟ ਉਹ ਸਿਲਸਿਲਾ ਚੱਲਦਾ ਰਿਹਾ। ਫਿਰ ਮੈਂ ਮਕਨਾ ਸਰ ਨਾਲ ਕੀਤਾ ਮੇਰਾ ਅੰਮ੍ਰਿਤਸਰ। ਉਸ ਤੋਂ ਬਾਅਦ ਮੇਰੀ ਇੱਕ ਬਹੁਤ ਨੋਨ ਪਲੇ ਸੀਗਾ ਜਿਹਦੇ ਨਾਲ ਮੈਨੂੰ ਬਹੁਤ ਪੰਜਾਬੀ ਇੰਡਸਟਰੀ 'ਚ ਵੀ, ਇਹਦੇ ਨਾਲ ਥੀਏਟਰ ਫਰੈਟਰਨਿਟੀ 'ਚ ਵੀ ਬਹੁਤ ਮਾਨਤਾ ਮਿਲੀ। ਉਹ ਸੀਗਾ ਮੇਰਾ ਪਲੇ ਬੀਬੀ ਸਾਹਿਬਾ, ਸੁਖਜੀਤ ਜੀ ਦੀ ਕਹਾਣੀ ਮੈਂ ਰੇਪ ਇੰਜੋਏ ਕਰਦੀ ਹਾਂ, ਉਹਦੇ 'ਤੇ ਲਿਖਿਆ ਹੋਇਆ ਨਾਟਕ ਸੀਗਾ। ਮਕਨਾ ਸਰ ਦੀ ਡਾਇਰੈਕਸ਼ਨ ਦੇ ਹੇਠ ਸਾਈ ਕ੍ਰੀਏਸ਼ਨ ਦੇ ਨਾਲ ਅਸੀਂ ਉਹ ਕੀਤਾ ਸੀ। ਉਹ ਪਲੇ ਅਸੀਂ ਬਾਅਦ 'ਚੋਂ ਬਾਹਰ ਵੀ ਲੈ ਕੇ ਗਏ, ਕੈਨੇਡਾ ਵੀ ਲੈ ਕੇ ਗਏ। ਉਸ ਪਲੇ ਨੇ ਮੈਨੂੰ ਲਾਈਫ 'ਚ ਮੈਂ ਮੰਨਦੀ ਹਾਂ ਬਹੁਤ ਕੁਝ ਦਿੱਤਾ। ਸਾਈ ਕ੍ਰੀਏਸ਼ਨ ਦੇ ਨਾਲ ਤੁਹਾਡਾ ਨਿੱਘਾ ਨਾਤਾ ਰਿਹਾ ਜੀ, ਗੁਰਿੰਦਰ ਮਕਨਾ ਜੀ ਦੇ ਨਾਲ। ਗੁਰਿੰਦਰ ਮਕਨਾ ਜੀ ਦੇ ਨਾਲ ਤੁਹਾਨੂੰ ਕਿੰਨਾ ਸਮਾਂ ਜਿਹੜਾ ਵਾ ਉਹ ਉਹਨਾਂ ਦੇ ਨਾਟਕਾਂ ਦੇ ਵਿੱਚ ਸਾਈ ਕ੍ਰੀਏਸ਼ਨ ਦੇ ਨਾਲ, ਜਿਸ ਤਰ੍ਹਾਂ ਕਹਿੰਦੇ ਸਾਹਾਂ ਨਾਲ ਸਾਹ ਭਰੀਏ, ਉਹ ਮੈਂ ਤਾਂ ਕਰਕੇ ਕਹਿ ਰਿਹਾ ਕਿ ਜਿਸ ਤਰ੍ਹਾਂ ਕੋਈ ਗੁਰੂ ਹੁੰਦਾ ਨਾ, ਜਿਹੜਾ ਗੁਰੂ ਹੀ ਬੱਚਿਆਂ ਨੂੰ ਰਾਹ ਦਿਖਾਉਂਦਾ ਹੈ, ਤੇ ਗੁਰਿੰਦਰ ਮਕਨਾ ਜੀ ਤੁਹਾਡੇ ਵਾਸਤੇ ਕਿਵੇਂ ਦਾ ਜਿਹੜਾ ਕੰਮ ਕਰ ਸਕੇ? ਮੈਂ ਕਹਾਂਗੀ ਸਭ ਤੋਂ ਪਹਿਲਾਂ ਤਾਂ ਭੱਟੀ ਸਰ ਸੀਗੇ ਸਾਡੇ ਮੇਰੇ ਸਕੂਲ ਦੇ ਸਰ, ਪੰਜਾਬੀ ਸਰ। ਉਹਨਾਂ ਨੇ ਮੈਨੂੰ ਥੀਏਟਰ ਨਾਲ ਮੇਰਾ ਰਾਬਤਾ ਬਣਾਇਆ ਸੀ ਪਹਿਲੀ ਵਾਰ। ਮੈਂ ਨਹੀਂ ਜਾਣਦੀ ਸੀ ਥੀਏਟਰ ਕੀ ਹੁੰਦਾ, ਉਹ ਤੋਂ ਪਹਿਲਾਂ ਮੈਂ ਡਾਂਸ ਕਰਦੀ ਸੀ, ਥੋੜ੍ਹੇ ਬਹੁਤ ਨੁੱਕੜ ਨਾਟਕ ਕਰ ਲਏ। ਉਹਨਾਂ ਨੇ ਮੈਨੂੰ ਥੀਏਟਰ ਦਿਖਾਇਆ। ਮੈਨੂੰ ਯਾਦ ਹੈ +2 ਖਤਮ ਹੁੰਦੀ ਹੈ, ਉਹ ਸਰ ਫ੍ਰੀ ਪੀਰੀਅਡ ਹੁੰਦਾ ਨਾ ਮਾਰਚ ਦਾ, ਜਦੋਂ ਸਾਰਿਆਂ ਨੂੰ ਹੁੰਦਾ ਕਿ ਹੁਣ ਕੀ ਕਰਨਾ ਲਾਈਫ 'ਚ। ਉਦੋਂ ਮੈਂ ਸਰ ਨੂੰ ਫੋਨ ਕੀਤਾ, ਭੱਟੀ ਸਰ ਨੂੰ। ਮੈਂ ਕਿਹਾ ਸਰ ਮੈਂ ਇੱਦਾਂ ਥੀਏਟਰ ਕਰਨਾ ਚਾਹੁੰਦੀ, ਕਿੱਥੇ ਜਾਵਾਂ? ਨਾਟਸ਼ਾਲਾ ਰੀਕਨਸਟਰਕਸ਼ਨ 'ਚ ਸੀਗੀ, ਰੈਨੋਵੇਸ਼ਨ 'ਚ ਸੀਗਾ ਉਸ ਟਾਈਮ। ਉਹਨਾਂ ਨੇ ਮੈਨੂੰ ਮਕਨਾ ਸਰ ਨਾਲ ਰਾਬਤਾ ਕਰਵਾਇਆ। ਫਿਰ ਉਹ ਰਾਬਤਾ
ਆਈ ਗੈਸ ਸਾਡਾ 4-5 ਸਾਲਾਂ ਤੱਕ ਚੱਲਿਆ। ਸਰ ਨਾਲ ਮੈਂ ਕਾਫੀ ਕੰਮ ਕੀਤਾ। ਸਰ ਨੇ ਮੈਨੂੰ ਬਹੁਤ ਸਾਰੀ ਓਪਰਚੁਨਿਟੀਜ਼ ਵੀ ਦਿਖਾਈਆਂ ਤੇ ਇੱਕ ਜਿਹਨੂੰ ਕਹਿੰਦੇ ਪੂਰਾ ਪ੍ਰੋਫੈਸ਼ਨ 'ਚ ਲੈ ਕੇ ਆਣਾ, ਇੱਕ ਬਿਲਕੁਲ ਨੌਜਵਾਨ ਬੱਚੇ ਤੋਂ ਜਿਹਦੇ ਅੰਦਰ ਬਸ ਇੱਕ ਬੀਜ ਬੋਇਆ ਗਿਆ ਹੈ ਕਿ ਥੀਏਟਰ ਕੁਝ ਹੁੰਦਾ ਹੈ, ਉਸ ਬੀਜ ਨੂੰ ਪਾਣੀ ਦੇਣਾ, ਧੁੱਪ ਦੇਣਾ, ਸਭ ਕੁਝ ਦੇਣਾ, ਉਹ ਮਕਨਾ ਸਰ ਨੇ ਕੀਤਾ। ਉਹਨਾਂ ਨੇ ਬਹੁਤ ਕੁਝ ਸਿਖਾਇਆ ਤੇ ਸਟਿਲ ਆਈ ਐਮ ਵੈਰੀ ਗ੍ਰੇਟਫੁਲ ਕਿ ਉਹ ਮੈਂ ਮੰਨਾਂ ਕਿ ਮੇਰੇ ਬਹੁਤ ਲਾਈਫ 'ਚ ਬਹੁਤ ਵੱਡੇ ਗੁਰੂ ਨੇ ਤੇ ਬਹੁਤ ਕੁਝ ਸਿੱਖਿਆ ਮੈਂ ਉਹਨਾਂ ਤੋਂ। ਰੰਗਮੰਚ ਜਿਹਦੇ ਨਾਲ ਤੁਹਾਡਾ ਸ਼ੁਰੂ ਤੋਂ ਨਾਤਾ ਰਿਹਾ, ਔਰ ਜਿੰਨਾ ਕਿ ਮੇਰਾ ਤਜਰਬਾ ਵਾ ਪੇਪਰ ਲਾਈਨ ਦਾ, ਮੈਂ ਵੇਖਿਆ ਕਿ ਕਈ ਜਾਣੇ ਸਾਰੀ ਉਮਰ ਹੀ ਰੰਗਮੰਚ ਦੀਆਂ ਸਟੇਜਾਂ ਦੇ ਉੱਤੇ ਹੀ ਜਿਹੜੇ ਆ ਨਾਟਕ ਖੇਡਦੇ ਰਹਿੰਦੇ ਆ, ਅਗਲੇ ਬੰਨੇ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲਦਾ। ਔਰ ਤੁਸੀਂ ਇੱਕ ਮੇਰੇ ਸਾਹਮਣੇ ਵੱਡੀ ਉਦਾਹਰਨ ਬਣ ਕੇ ਉੱਭਰੇ ਹੋ ਕਿ ਜਿਨ੍ਹਾਂ ਨੇ ਰੰਗਮੰਚ ਦੀ ਸਟੇਜ ਤੋਂ ਫਟਾਫਟ ਜਿਹੜਾ ਵਾ ਉਹ ਫਿਲਮ ਜਗਤ ਵੱਲ ਪੈਰ ਪੁੱਟਿਆ ਤੇ ਵੱਡੀਆਂ ਫਿਲਮਾਂ ਦੇ ਵਿੱਚ ਆਪਣੀ ਜਗ੍ਹਾ ਬਣਾਈ। ਇਹ ਕਿਵੇਂ ਸੰਭਵ ਹੋਇਆ? ਸਰ ਮੈਂ ਨਾ ਥੀਏਟਰ ਹਮੇਸ਼ਾ ਥੀਏਟਰ ਲਈ ਕੀਤਾ। ਮੈਂ ਥੀਏਟਰ ਕਦੀ ਫਿਲਮਾਂ ਲਈ ਕੀਤਾ ਨਹੀਂ। ਤੇ ਜਦੋਂ ਥੀਏਟਰ ਸ਼ੁਰੂ ਕੀਤਾ ਤੇ ਮੈਨੂੰ ਇੱਕ ਰੂਹ ਦੇ ਸਕੂਨ ਜਿਹਨੂੰ ਕਹਿੰਦੇ ਉਹ ਬਹੁਤ ਜ਼ਿਆਦਾ ਮਿਲਿਆ। ਤੇ ਹੌਲੀ ਹੌਲੀ ਜਦੋਂ ਓਪਰਚੁਨਿਟੀਜ਼ ਆਈਆਂ ਉਦੋਂ ਮੈਂ ਆਡੀਸ਼ਨਸ ਦਿੱਤੇ ਕਾਫੀ ਫਿਲਮਾਂ 'ਚ। ਤੇ ਜੇ ਤੁਸੀਂ ਮੰਨੋਗੇ ਮੈਂ 1000 ਆਡੀਸ਼ਨ ਦਿੱਤੇ, ਉਹਨਾਂ 'ਚੋਂ ਇੱਕ ਆਡੀਸ਼ਨ 'ਚ ਕਦੇ ਸਕਸੈਸਫੁਲ ਹੋਈ ਹੋਵਾਂਗੀ ਤੇ ਉਹਦੇ ਰਾਹੀਂ ਮੈਨੂੰ ਕੋਈ ਫਿਲਮ ਮਿਲੀ। ਦੇਰ ਵਾਜ਼ ਨੋ ਗੋਡਫਾਦਰ, ਮੇਰੇ ਸਿਰ ਤੇ ਕੋਈ ਬੈਠਾ ਨਹੀਂ ਸੀਗਾ, ਕੋਈ ਸਾਡੀ ਫੈਮਿਲੀ 'ਚੋਂ ਫਿਲਮ ਇੰਡਸਟਰੀ 'ਚ ਨਹੀਂ ਸੀਗਾ ਕਿ ਮੈਨੂੰ ਲੈ ਜਾਂਦਾ ਕੋਈ। ਐਂਡ ਬੜੇ ਸੱਚੇ ਸੁੱਚੇ ਰਾਹ ਨਾਲ ਅਸੀਂ ਵੱਧਦੇ ਸੀਗੇ ਅੱਗੇ ਤੇ ਬੜੀ ਹੌਲੀ ਹੌਲੀ ਸਾਰੇ ਕਦਮ ਪੁੱਟੇ ਗਏ। ਵਿੱਚ ਬੜਾ ਸਲੋ ਪੀਰੀਅਡ ਵੀ ਆਉਂਦਾ ਜਦੋਂ ਤੁਸੀਂ ਇਸ ਰਸਤੇ ਤੁਰ ਪੈਂਦੇ ਹੋ, ਤੁਹਾਨੂੰ ਲੱਗਦਾ ਕਿ ਕੋਈ ਕੰਮ ਹੀ ਨਹੀਂ ਹੈ ਤੁਹਾਨੂੰ ਕਰਨ ਲਈ। ਤੁਸੀਂ ਇੱਕ ਫਿਲਮ ਤੇ ਕਰ ਲਈ, ਹੁਣ ਅੱਗੇ ਕਿੰਨਾ ਦੇਰ ਤੁਹਾਨੂੰ ਵੇਟ ਕਰਨਾ ਪੈਂਦਾ ਹੈ। ਐਂਡ ਉਹ ਸਰ ਉਹ ਰਸਤਾ, ਉਹ ਸਾਰਾ ਰਾਹ ਓਬਵੀਅਸਲੀ ਇਹ ਡਿਫਿਕਲਟ ਹੁੰਦਾ ਹੈ। ਮੈਂ ਬਿਲੀਵ ਕਰਦੀ ਹਾਂ ਕੋਈ ਵੀ ਆਰਟਿਸਟ ਹੁੰਦਾ ਨਾ, ਕੋਈ ਵੀ ਫੀਲਡ ਦਾ, ਉਹ ਟੈਲੈਂਟ ਤੇ ਸਰ ਗੋਡ ਗਿਫਟਡ ਹੁੰਦਾ ਹੀ ਹੁੰਦਾ ਹੈ। ਪਰ ਇੱਕ ਚੀਜ਼ ਨਾ ਉਹ ਆਰਟਿਸਟ ਨੂੰ ਆਪ ਆਪਣੇ ਅੰਦਰ ਲੈ ਕੇ ਆਉਣੀ ਪੈਂਦੀ, ਉਹ ਹੁੰਦਾ ਪੇਸ਼ੈਂਸ। ਬਹੁਤ ਸਾਰਾ ਪੇਸ਼ੈਂਸ ਚਾਹੀਦਾ ਹੁੰਦਾ ਹੈ, ਭੰਡਾਰ ਪੇਸ਼ੈਂਸ ਦਾ ਕਿ ਸਬਰ ਰੱਖੋ। ਪਰਮਾਤਮਾ ਕਹਿੰਦਾ ਤੂੰ ਸਬਰ ਰੱਖ, ਮੈਂ ਤੈਨੂੰ ਜ਼ਰੂਰ ਦੇਵਾਂਗਾ, ਤੂੰ ਕੰਮ ਕਰਦਾ ਰਹਿ ਹੌਲੀ 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 ਹੌਲੀ। ਤੇ ਮੇਰਾ ਨਾ ਹਮੇਸ਼ਾ ਸਰ ਇੱਕ ਮੋਟਿਵ, ਇੱਕ ਵਿਜ਼ਨ ਰਹੀ ਹੈ। ਮੈਂ ਵੇਖਦੀ ਆਈ ਹਾਂ ਬ੍ਰੌਡਵੇ, ਜਿਹੜਾ ਸਾਡਾ ਬਹੁਤ ਸਭ ਤੋਂ ਵੱਡਾ ਥੀਏਟਰ ਦਾ ਇੱਕ ਨਾਂ ਹੈ ਬ੍ਰੌਡਵੇ। ਪ੍ਰਿਥਵੀ ਥੀਏਟਰ 'ਚ ਜਿੰਨੇ ਸੋਹਣੇ ਪਲੇਜ਼ ਹੁੰਦੇ ਹੈ, ਮੇਰੀ ਵਿਜ਼ਨ ਇੱਕ ਉੱਥੇ ਤੱਕ ਹੈ ਕਿ ਮੈਂ ਪੰਜਾਬੀ ਥੀਏਟਰ ਨੂੰ, ਮੈਂ ਅੰਮ੍ਰਿਤਸਰ ਜੇ ਜਾਂ ਪੰਜਾਬ 'ਚ ਜਿਹੜਾ ਥੀਏਟਰ ਹੋ ਰਿਹਾ ਉਹਨੂੰ ਉਸ ਲੈਵਲ 'ਤੇ ਲੈ ਕੇ ਜਾਵਾਂ। ਇਕੱਲੇ ਤਾਂ ਮੈਂ ਕਰ ਨਹੀਂ ਸਕਦੀ, ਓਬਵੀਅਸਲੀ ਟੀਮ ਚਾਹੀਦੀ ਹੁੰਦੀ ਹੈ, ਸਪੋਰਟ ਚਾਹੀਦਾ ਹੁੰਦਾ ਲੋਕਾਂ ਦਾ, ਤੁਹਾਡੇ ਸਰ ਪ੍ਰੈਸ ਦਾ। ਓਬਵੀਅਸਲੀ ਮੈਨੂੰ ਅਜੇ ਵੀ ਯਾਦ ਹੈ, ਮੈਨੂੰ ਪਹਿਲਾ ਮੌਕਾ ਐਂਕਰਿੰਗ 'ਚ ਰਾਬਤਾ ਤੁਸੀਂ ਕਰਾਇਆ ਸੀ ਜਾਗਰਣ ਕਨੈਕਸ਼ਨ ਵਾਂਗ। ਮੈਂ 1.5 ਸਾਲ ਤੁਹਾਡੇ ਨਾਲ ਕੰਮ ਕੀਤਾ ਉਸ 'ਚ। ਤੇ ਉਹੀ ਸਰ ਸਪੋਰਟ ਚਾਹੀਦਾ ਹੁੰਦਾ ਸਾਰਿਆਂ ਦਾ, ਉਦੋਂ ਹੀ ਕੋਈ ਚੀਜ਼ ਬਣ ਸਕਦੀ ਹੈ। ਪਰ ਮੇਰੀ ਵਿਜ਼ਨ ਥੀਏਟਰ ਨੂੰ ਲੈ ਕੇ ਬਹੁਤ ਅੱਗੇ ਦੀ ਹੈ। ਮੈਂ ਇਹਨੂੰ ਸਿਰਫ ਇੱਕ ਮਕਸਦ ਇਹ ਨਹੀਂ ਬਣਾਉਣਾ ਚਾਹੁੰਦੀ ਕਿ ਹਾਂਜੀ ਜੀ ਪਲੇ ਕਰ ਲਿਆ, ਆਓ ਤੁਸੀਂ ਵੇਖਣ ਆਓ, 20 ਬੰਦੇ ਬੈਠੇ ਹੋਣ, ਨਹੀਂ। ਮੈਂ ਇਹਨੂੰ ਚਾਹੁੰਦੀ ਹਾਂ ਕਿ ਦਿਸ ਸ਼ੁੱਡ ਬੀ ਦ ਨਿਊ ਕੂਲ ਥਿੰਗ ਇਨ ਅੰਮ੍ਰਿਤਸਰ, दिस शुड बी द न्यू कूल थिंग इन पंजाब के हाँ यार वहाँ पे प्ले हो रहा है, हम देखने चलते हैं, हाँ यार फ्रेंड्स को भी लेके चलते हैं, दिस इज़ अ वेरी डिफरेंट थिंग। सो ਉਹ ਕਰਨ ਲਈ ਨਾ ਸਾਰਿਆਂ ਦਾ ਸਪੋਰਟ ਵੀ ਚਾਹੀਦਾ ਹੈ। ਉਹ ਕਰਨ ਲਈ ਸਾਨੂੰ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਨਾ, ਨਈ ਪੀੜ੍ਹੀ, ਉਹਨਾਂ ਨੂੰ ਚਾਹੀਦੀ ਹੁੰਦੀ ਹੈ ਕੂਲ ਚੀਜ਼ਾਂ। ਵਾਟ ਇਜ਼ ਦ ਨਿਊ ਥਿੰਗ, ਕੀ ਆ ਰਿਹਾ ਹੈ, ਇਸ ਲਈ ਉਹ ਸਿਨੇਮਾ ਵੇਖਦੇ ਆ। ਸਿਨੇਮਾ ਵਾਂਗੂ ਮੈਂ ਚਾਹੁੰਦੀ ਹਾਂ ਕਿ ਥੀਏਟਰ ਵੀ ਸਾਡਾ ਉਸ ਰਾਹ 'ਤੇ ਪਹੁੰਚੇ, ਜਦੋਂ ਅਸੀਂ 500 ਰੁਪਏ ਦੀ ਟਿਕਟ ਵੀ ਲਈਏ, ਉਹਨਾਂ ਨੂੰ ਕੁਝ ਖਾਣਾ ਵੀ ਖਿਲਾਈਏ, ਉਹਨਾਂ ਨੂੰ ਗੁੱਡੀਜ਼ ਵੀ ਦਈਏ, ਉਹਨਾਂ ਨੂੰ ਪਲੇ ਵੀ ਦਿਖਾਈਏ ਅਤੇ ਉਹਨਾਂ ਲਈ ਪੂਰਾ ਇਵੈਂਟ ਤਿਆਰ ਕਰੀਏ। ਮੇਰੇ ਜਿਹੜੇ ਪਿਛਲੇ 3 ਪਲੇਜ਼ ਹੋਏ ਆ 3 ਸਾਲਾਂ 'ਚ, 20 ਤੋਂ ਅਸੀਂ ਸ਼ੁਰੂ ਕੀਤਾ, 20, 21, 22, ਹੁਣੇ ਪਿੱਛੇ ਸਾਡਾ ਤੀਜਾ ਪਲੇ ਸੀਗਾ ਖਵਾਬਗਾ। ਅਤੇ ਉਹ ਤਿੰਨਾਂ ਪਲੇ 'ਚ ਸਰ ਅਸੀਂ ਟਿਕਟਡ ਸ਼ੋਅ ਰੱਖਿਆ, ਅਸੀਂ ਕੇਟਰਿੰਗ ਆਫਰ ਕੀਤੀ, ਹਾਈ ਟੀ ਆਫਰ ਕੀਤੀ, ਅਸੀਂ ਗੁੱਡੀਜ਼ ਦਿੱਤੀਆਂ ਸਾਰੀ ਆਡੀਅנס ਨੂੰ, ਉਹਨਾਂ ਨੂੰ ਇੱਕ ਐਕਸਪੀਰੀਅੰਸ ਦਿੱਤਾ ਕਿ ਦਿਸ ਇਜ਼ ਵਾਟ ਥੀਏਟਰ ਇਜ਼ ਆਲ ਅਬਾਊਟ। ਤੁਸੀਂ ਆ ਸਕਦੇ ਹੋ ਇੱਥੇ, ਤੁਸੀਂ ਆਪਣੀ ਫੈਮਿਲੀ ਨਾਲ ਆਓ, ਤੁਸੀਂ ਆਪਣਾ ਇੱਕ ਈਵਨਿੰਗ ਇੰਜੋਏ ਕਰੋ, ਤੁਸੀਂ ਵਧੀਆ ਖਾਓ ਪੀਓ, ਲੋਕਾਂ ਨਾਲ ਮਿਲੋ। ਇਹ ਮੈਂ ਚਾਹੁੰਦੀ ਹਾਂ ਕਿ ਥੀਏਟਰ 'ਚ ਇੱਕ ਰੈਵੋਲਿਊਸ਼ਨ ਮੈਂ ਲੈ ਕੇ ਆਉਣਾ ਚਾਹੁੰਦੀ ਹਾਂ। ਮੇਰਾ ਫਿਰ ਸਵਾਲ ਉੱਥੇ ਹੀ ਆ ਕੇ ਖੜਾ ਵਾ ਕਿ ਜਦੋਂ ਤੁਸੀਂ ਫਿਲਮਾਂ ਦੇ ਵੱਲ ਝੁਕਾਓ ਕਰਿਆ, ਤੁਸੀਂ ਦੱਸ ਦਿੱਤਾ ਕਿ ਇਹਦੇ ਵਾਸਤੇ ਬੜਾ ਸਬਰ, ਸੰਤੋਖ, ਸਿੱਧਕ ਚਾਹੀਦਾ ਵਾ। ਇਹ ਤੁਸੀਂ ਜਿਹੜਾ ਵਾ ਗੁਣਾਂ ਨਾਲ ਭਰਪੂਰ ਹੋ, ਮੈਨੂੰ ਪਤਾ ਹੈ। ਅਤੇ ਜਿਹੜੀ ਪਹਿਲੀ ਫਿਲਮ ਤੁਸੀਂ ਕਰੀ
ਪਹਿਲੀ ਫਿਲਮ ਵੱਡੇ ਕੈਮਰੇ ਦੇ ਸਾਹਮਣੇ ਖੜੇ ਉਹ ਕਿਹੜੀ ਸੀਗੀ? ਪਹਿਲੀ ਫਿਲਮ ਮੈਂ ਕੀਤੀ ਸੀ ਸਾਕਾ ਨਨਕਾਣਾ, ਪਰ ਇਹ ਰਿਲੀਜ਼ ਬਾਅਦ 'ਚ ਹੋਈ। ਪਹਿਲੀ ਫਿਲਮ ਮੇਰੀ ਐਕਚੁਅਲੀ ਬਣ ਗਈ ਸੀ ਲਾਹੌਰੀਏ, ਤੇ ਦੂਜੀ ਫਿਲਮ 'ਚ ਮੈਂ ਕੰਮ ਕੀਤਾ, ਮੈਂ ਆਡੀਸ਼ਨ ਦਿੱਤਾ ਲਾਹੌਰੀਏ ਲਈ ਅੰਬਰਦੀਪ ਜੀ ਦੀ ਡਾਇਰੈਕਸ਼ਨ ਹੇਠ, ਤੇ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਨਿਮਰਤ ਖਹਿਰਾ ਵੱਡੇ ਨਾਂ ਇਸ ਫਿਲਮ ਨਾਲ ਜੁੜੇ ਸੀ। ਮੈਂ ਪੈਰਲਲ ਲੀਡ 'ਚ ਕੰਮ ਕੀਤਾ ਉਸ ਫਿਲਮ 'ਚ, ਤੇ ਦੈਟ ਐਕਸਪੀਰੀਅੰਸ ਸਰ, ਉਹ ਐਕਸਪੀਰੀਅੰਸ ਨਾ 2017 'ਚ ਅਸੀਂ ਸ਼ੂਟ ਕੀਤਾ ਸੀ, ਬਟ ਅੱਜ ਤੱਕ ਜਦੋਂ ਵੀ ਮੈਂ ਸੋਚਾਂ ਨਾ ਮੈਨੂੰ ਵਾਪਸ ਉਹ ਚੀਜ਼ਾਂ ਯਾਦ ਆ ਜਾਂਦੀਆਂ, ਵਾਪਸ ਮੈਂ ਪਹੁੰਚ ਜਾਂਦੀ ਉਸ ਮੋਮੈਂਟਮ 'ਚ ਕਿ ਉਹ ਕਿੰਨਾ ਸੋਹਣਾ ਪੀਰੀਅਡ ਸੀ। 1.5 ਮਹੀਨਾ ਅਸੀਂ ਸ਼ੂਟ ਕੀਤਾ, ਉਹ ਫਿਲਮ ਨੂੰ ਲੋਕਾਂ ਨੇ ਬਹੁਤ ਬਹੁਤ ਸਰਾਹਿਆ। ਮੇਰਾ ਇੱਕ ਨਾਂ ਬਣਿਆ ਉਸ ਫਿਲਮ ਤੋਂ। ਅੱਜ ਵੀ ਕੋਈ ਮੈਨੂੰ ਮਿਲਦਾ ਉਹ ਜਾਣ ਜਾਂਦਾ, ਪਹਿਚਾਣ ਜਾਂਦਾ ਕਿ ਤੁਸੀਂ ਲਾਹੌਰੀਏ 'ਚ ਸੀਗੇ, ਤੇ ਉਸ ਨਾਲ ਮੇਰੀ ਸ਼ੁਰੂਆਤ ਹੋਈ। ਉਸ ਤੋਂ ਬਾਅਦ ਕਿਰਦਾਰੇ ਸਰਦਾਰ, ਉਸ ਤੋਂ ਬਾਅਦ ਹੋਰ ਵੀ ਕਈ ਫਿਲਮਾਂ ਕੀਤੀਆਂ ਜੋ ਰਿਲੀਜ਼ ਵੀ ਨਹੀਂ ਹੋਈਆਂ। ਹੁਣ ਇੱਕ ਜੋੜੀ ਫਿਲਮ ਹੈ ਦਿਲਜੀਤ ਦੋਸਾਂਝ ਨਿਮਰਤ ਖਹਿਰਾ ਦੀ, ਉਹ ਕੀਤੀ ਹੈ, ਤੇ ਉਹ ਹੋਪਫੁਲੀ ਜਲਦੀ ਰਿਲੀਜ਼ ਹੋਏਗੀ। ਕੋਵਿਡ ਕਰਕੇ ਥੋੜੀ ਵਿੱਚ ਰੁਕ ਗਈ। ਐਂਡ ਹੁਣੇ ਪਿੱਛੇ ਸਰ ਇੱਕ ਫਿਲਮ ਮੇਰੀ ਰਿਲੀਜ਼ ਹੋਈ ਸੀ ਸਰਦਾਰ ਉਧਮ, ਸ਼ੁਜੀਤ ਸਰਕਾਰ ਜੀ ਦੀ, ਵਿੱਕੀ ਕੌਸ਼ਲ ਜੀ ਦੀ ਫਿਲਮ ਸੀਗੀ। ਉਸ 'ਚ ਮੈਨੂੰ ਇੱਕ ਬੜਾ ਪਿਆਰਾ ਰੋਲ ਅਦਾ ਕਰਨ ਦਾ ਮੌਕਾ ਮਿਲਿਆ, ਐਂਡ ਉਹ ਮੇਰਾ ਹਿੰਦੀ ਫਿਲਮਸ 'ਚ ਮੇਰਾ ਡੈਬਿਊ ਸੀਗਾ ਉਹ ਫਿਲਮ। ਹਾਲ ਹੀ ਦੇ ਵਿੱਚ ਤੁਹਾਨੂੰ ਪੀਟੀਸੀ ਚੈਨਲ ਵੱਲੋਂ ਦਰੜੀ ਫਿਲਮ ਦੇ ਵਾਸਤੇ ਬੈਸਟ ਐਕਟਰ ਦਾ ਜਿਹੜਾ ਅਵਾਰਡ ਦਿੱਤਾ ਗਿਆ। ਸਾਡੇ ਗੂਗਲੀ ਚੈਨਲ ਵੱਲੋਂ ਵੀ ਤੁਹਾਨੂੰ ਬਹੁਤ ਸਾਰੀਆਂ ਤਹਿ ਦਿਲੋਂ ਮੁਬਾਰਕਾਂ। ਤੇ ਉਸ ਸੰਬੰਧੀ ਥੋੜੀ ਜਿਹੀ ਗੱਲ ਕਰੀਏ ਕਿ ਇਹ ਜਿਹੜਾ ਅਵਾਰਡ ਆ ਉਹ ਤੁਹਾਨੂੰ ਕਿਵੇਂ ਨਸੀਬ ਹੋਇਆ? ਮੈਂ ਸਰ ਪਹਿਲੀ ਫਿਲਮ ਕੀਤੀ ਸੀ ਮੁਕੇਸ਼ ਗੌਤਮ ਜੀ ਦੇ ਨਾਲ, ਅਜ਼ਾਬ। ਮੁਕੇਸ਼ ਗੌਤਮ ਜੀ ਸਾਰੇ ਜਾਣਦੇ ਆ, ਪੀਟੀਸੀ ਦੇ ਬਹੁਤ ਵੱਡੇ ਨਾਂ ਹੈ, ਯਾਮੀ ਗੌਤਮ ਜੀ ਦੇ ਫਾਦਰ ਨੇ, ਐਂਡ ਉਹਨਾਂ ਨਾਲ ਮੈਨੂੰ ਮੌਕਾ ਮਿਲਿਆ ਉਹ ਫਿਲਮ ਕਰਨ ਦਾ। ਉਸ ਤੋਂ ਬਾਅਦ ਉਹ ਕੰਮ ਵੇਖ ਕੇ ਜਸਰਾਜ ਸਿੰਘ ਭੱਟੀ ਜੀ, ਉਹਨਾਂ ਦੀ ਟੀਮ ਵੱਲੋਂ ਮੈਨੂੰ ਕਾਲ ਆਇਆ ਸੀਗਾ ਕਿ ਅਸੀਂ ਇੱਦਾਂ ਫਿਲਮ ਕਰ ਰਹੇ ਹਾਂ, ਤੇ ਤੁਹਾਡੇ ਜਿਹੇ ਕੋਈ ਸੀਰੀਅਸ ਐਕਟਰ ਚਾਹੀਦਾ, ਕੋਈ ਥੀਏਟਰ ਆਰਟਿਸਟ ਚਾਹੀਦਾ ਹੈ ਸਾਨੂੰ। ਤੇ ਮੈਂ ਆਡੀਸ਼ਨ ਭੇਜਿਆ ਉਹਨਾਂ ਨੂੰ ਆਡੀਸ਼ਨ ਪਸੰਦ ਆ ਗਿਆ, ਤੇ ਉਹਨਾਂ ਨੇ ਮੈਨੂੰ ਕਾਸਟ ਕਰ ਲਿਆ। ਅਸੀਂ ਇਹ ਫਿਲਮ ਕੀਤੀ ਸੀ 2020 'ਚ ਸ਼ੂਟ ਕੀਤੀ ਸੀ, ਤੇ 2020 'ਚ ਹੀ ਲੇਟਰ ਔਨ ਉਹ ਰਿਲੀਜ਼ ਹੋਈ। ਆਫਟਰ ਦੈਟ ਉਹ ਕੋਵਿਡ ਪੀਰੀਅਡ ਆ ਗਿਆ, ਤੇ ਨੋਮੀਨੇਸ਼ਨਸ ਥੋੜੀ ਜਿਹੀ ਦੂਰ ਹੋ ਗਈਆਂ। ਉਹ ਫਿਲਮ ਅਸੀਂ 3 ਤੋਂ 4 ਦਿਨਾਂ 'ਚ ਸ਼ੂਟ ਕੀਤੀ, ਐਂਡ ਉਹਦਾ ਐਕਸਪੀਰੀਅੰਸ ਸਰ ਇੰਨਾ ਸੋਹਣਾ ਸੀਗਾ। ਮੈਨੂੰ ਯਾਦ ਹੈ ਮੈਂ ਆਪਣੇ ਤਾਇਆ ਜੀ ਦੇ ਘਰ ਰਹੀ ਸੀ ਚੰਡੀਗੜ੍ਹ 'ਚ। ਮੈਂ ਸਵੇਰੇ 5-6 ਵਜੇ ਨਿਕਲ ਜਾਣਾ, ਰਾਤੀ 12-1 ਵਜੇ ਆਣਾ। ਉਹ ਹੈਰਾਨ ਕਿ ਕੁੜੀ ਕਰਦੀ ਕੀ ਹੈ, ਇਹ ਤੇ ਪੇਰੈਂਟਸ ਨੇ ਨੂੰ ਹਾਂ ਕਿਵੇਂ ਕਰਦੀ ਹੈ ਚੀਜ਼ ਕਰਨ ਲਈ। ਬਟ ਅੱਜ ਜਦੋਂ ਉਸ ਫਿਲਮ ਲਈ ਸਰਾਇਆ ਜਾਂਦਾ, ਉਸ ਫਿਲਮ ਲਈ ਅਵਾਰਡ ਮਿਲਿਆ ਇੰਨੀ ਵੱਡੇ ਲੈਵਲ ਤੇ ਦੇ ਵਰ ਦ ਫਰਸਟ ਪਰਸਨਸ ਟੂ ਕਾਲ ਕੇ ਸੁਵਿਧਾ ਜਿੰਨੀ ਮਿਹਨਤ ਤੂੰ ਕੀਤੀ ਤੇ ਅਸੀਂ ਦੇਖਿਆ, ਸ਼ਾਇਦ ਤੇਰੇ ਮੰਮਾ ਪਾਪਾ ਤੇ ਵੇਖਦੇ ਹੀ ਹੋਣੇ ਤੈਨੂੰ ਇਹ ਕਰਦਿਆਂ ਹੋਇਆ, ਬਟ ਜਦੋਂ ਅਸੀਂ ਵੇਖਿਆ ਕਿ ਇਹ ਚੀਜ਼ ਸਰਾਈ ਗਈ ਹੈ, ਵੀ ਕੈਨ ਬੀ ਮੋਰ ਪ੍ਰਾਊਡ ਆਫ ਯੂ ਦੈਨ ਦੈਟ। ਕਿਉਂਕਿ ਬਹੁਤ ਔਖੀ ਫੀਲਡ ਹੈ, ਸਾਨੂੰ ਸਵੇਰੇ ਕਾਲ ਟਾਈਮ ਆ ਜਾਂਦਾ ਹੈ, ਉੱਠਣਾ ਪੈਂਦਾ ਹੈ, ਪੂਰਾ ਦਿਨ ਸ਼ੂਟ ਕਰਨਾ ਪੈਂਦਾ ਹੈ, ਐਂਡ ਇੱਕ ਕੈਰੈਕਟਰ ਨਵੇਂ ਨੂੰ ਅਪਰੋਚ ਕਰਨਾ, ਉਹ ਸ਼ੂਟ ਤੋਂ ਬਾਅਦ ਉਸ ਕਰੈਕਟਰ 'ਚੋਂ ਵਾਪਸ ਆਪਣੇ ਕਿਰਦਾਰ 'ਚ ਆਉਣਾ, ਢਲਣਾ ਬੜਾ ਔਖਾ ਕੰਮ ਹੁੰਦਾ ਹੈ। ਬਟ ਪੀਟੀਸੀ ਸਾਨੂੰ ਇੱਕ ਇਹੋ ਜਿਹਾ ਪਲੈਟਫਾਰਮ ਵੀ ਦੇ ਰਿਹਾ ਹੈ ਕਿ ਅਸੀਂ ਇਹ ਕੰਮ ਹੋਰ ਵਧੀਆ ਤਰੀਕੇ ਨਾਲ ਕਰ ਸਕੀਏ, ਤੇ ਉਹਨਾਂ ਨੇ ਇੱਕ ਰੈਕਗਨੀਸ਼ਨ ਦਿੱਤੀ ਇਸ ਅਵਾਰਡ ਦੇ ਨਾਲ। ਲੋਕਾਂ ਨੇ ਪਸੰਦ ਕੀਤਾ, ਵੋਟਿੰਗ ਹੋਈ, ਐਂਡ ਬਹੁਤ ਬਹੁਤ ਵਧੀਆ ਫੀਲ ਹੋ ਰਿਹਾ। ਤੇ ਦਰੜੀ ਫਿਲਮ ਦਾ ਜਿਹੜਾ ਕਿਰਦਾਰ ਸੀਗਾ ਉਹ ਟਫ ਕਿਰਦਾਰ ਸੀਗਾ ਜੀ। ਤੁਹਾਡੇ ਹਿਸਾਬ ਦੇ ਨਾਲ ਜਿਹੜਾ ਉਹਨੂੰ ਜੀਆ, ਤੁਸੀਂ ਦਿਲੋਂ ਜੀ ਕੇ ਉਹਨੂੰ ਵਿਖਾਇਆ ਉਸ ਪਾਤਰ ਨੂੰ, ਉਹਦੇ ਸੰਬੰਧੀ ਦਰਸ਼ਕਾਂ ਨੂੰ ਕੁਝ ਗੱਲਾਂ? ਬਹੁਤ ਡਿਫਰੈਂਟ ਕਰੈਕਟਰ ਸੀਗਾ ਸਰ। ਮੈਂ ਇੱਕ ਕਰੈਕਟਰ ਸੀ ਇੱਕ ਮੋਚੀ ਦੀ ਕੁੜੀ ਦਾ, ਜਿਹੜੇ ਦੱਬੇ ਹੋਏ ਲੋਕ ਹੁੰਦੇ ਆ ਸੋਸਾਇਟੀ, ਜਿਨ੍ਹਾਂ ਨੂੰ ਐਕਸੈਪਟ ਨਹੀਂ ਕਰ ਪਾਉਂਦੀ, ਉਹ ਉਸ ਚੀਜ਼ ਦਾ ਕਰੈਕਟਰ ਸੀਗਾ। ਉਹ ਕੁੜੀ ਨਾਲ ਕੀ ਹੁੰਦਾ ਹੈ ਜਦੋਂ ਉਹਦੇ ਪਿਓ ਦੀ ਡੈਥ ਹੋ ਜਾਂਦੀ ਹੈ, ਕਿਵੇਂ ਉਹ ਚੀਜ਼ਾਂ ਨੂੰ, ਸਟਰਗਲਸ ਨੂੰ ਫੇਸ ਕਰਦੀ ਹੈ, ਉਹ ਸਭ ਕੁਝ ਸੀਗਾ। ਮੇਰੇ ਲਈ ਪਰਸਨਲੀ ਬਹੁਤ ਡਿਫਿਕਲਟ ਸੀਗਾ ਉਸ ਕਿਰਦਾਰ 'ਚ ਆਉਣਾ, ਕਿਉਂਕਿ ਸ਼ਾਇਦ ਲਾਈਫ ਸਟਾਈਲ ਸਾਡਾ ਇਹੋ ਜਿਹਾ ਸੀਗਾ ਕਿ ਜ਼ਿਆਦਾ ਰੂਬਰੂ ਨਹੀਂ ਹੋ ਪਾਈ ਮੈਂ ਉਸ ਕਰੈਕਟਰ ਦੇ ਨਾਲ। ਬਟ ਵੈਨ ਆਈ ਰੈਡ ਦ ਸਕ੍ਰਿਪਟ, ਜਦੋਂ ਮੈਂ ਸਕ੍ਰਿਪਟ ਪੜ੍ਹੀ, ਜਦੋਂ ਮੈਂ ਉਹਦੇ ਬਾਰੇ ਰਿਸਰਚ ਕੀਤੀ, ਮੈਂ ਲੋਕਾਂ ਨੂੰ ਮਿਲੀ ਜਾ ਕੇ, ਕਿਉਂਕਿ ਇੰਨਾ ਸੌਖਾ ਨਹੀਂ ਹੁੰਦਾ ਤੁਸੀਂ ਕਿਸੇ ਵੀ ਕਿਰਦਾਰ 'ਚ ਆ ਜਾਓ, ਰਿਸਰਚ ਵਰਕ ਕਰਨਾ ਪੈਂਦਾ ਹੈ। ਉਹ ਜਦੋਂ ਮੈਂ ਕੀਤਾ, ਮੈਂ ਸੋਚਿਆ ਕਿ ਚਲੋ ਅਸੀਂ ਤਾਂ ਐਕਟਰ ਹਾਂ, ਅਸੀਂ ਤਾਂ ਥੋੜ੍ਹੇ ਦੇਰ ਲਈ ਉਹ ਰੋਲ ਅਦਾ ਕਰਨਾ ਹੈ, ਪਰ ਜਿਹੜੇ ਲੋਕ ਉਸ ਚੀਜ਼ 'ਚੋਂ ਲੰਘ ਰਹੇ ਉਹਨਾਂ ਲਈ ਕਿੰਨਾ ਔਖਾ ਹੋਊਗਾ। ਉਹ ਬਸ ਉਹਨਾਂ ਦੀ ਪੀੜ ਨੂੰ ਆਪਣੇ ਅੰਦਰ ਲੈ ਕੇ ਆਉਣਾ ਤੇ ਉਹਨੂੰ ਦਰਸਾਉਣਾ
ਉਹ ਰੱਬ ਹੀ ਮੌਕਾ ਦਿੰਦਾ, ਮੈਨੂੰ ਲੱਗਦਾ ਹੈ ਕਿਸੇ ਹੋਰ ਦੀ ਜੋ ਪੈਰਾਂ 'ਚ ਤੁਸੀਂ ਪੈ ਕੇ ਉਹਨਾਂ ਨੂੰ ਚੀਜ਼ ਨੂੰ ਕੈਮਰਾ 'ਤੇ ਲੈ ਕੇ ਆਓ। ਬਟ ਬਹੁਤ ਡਿਫਰੈਂਟ ਐਕਸਪੀਰੀਅੰਸ ਸੀਗਾ ਸਾਡਾ। 3-4-5 ਦਿਨਾਂ ਦਾ ਸ਼ੂਟ ਸੀ, ਬਟ ਮੈਨੂੰ ਉਸ ਚੀਜ਼ 'ਚੋਂ ਬਾਹਰ ਨਿਕਲਦਿਆਂ ਬਹੁਤ ਟਾਈਮ ਲੱਗ ਗਿਆ, ਉਸ ਪੇਨ 'ਚੋਂ ਬਾਹਰ ਨਿਕਲਦਿਆਂ ਬਹੁਤ ਟਾਈਮ ਲੱਗ ਗਿਆ। ਬਟ ਆਈ ਥਿੰਕ ਸੋ ਦੈਟ ਪੇਨ ਗੇਵ ਮੀ ਅ ਲੋਟ ਆਫ ਥਿੰਗਸ। ਇੱਕ ਅਵਾਰਡ ਦਿੱਤਾ ਹੈ ਅਤੇ ਬੀਇੰਗ ਐਨ ਐਕਟਰ ਇਟਸ ਵਰਥ ਇਟ। ਤੁਸੀਂ ਕਿਸੇ ਹੋਰ ਕਿਰਦਾਰ ਨੂੰ, ਉਹਨਾਂ ਦੇ ਇਮੋਸ਼ਨਸ ਨੂੰ ਸਮਝੋ। ਲੱਖਾਂ ਧੀਆਂ ਦੇ ਅਰਮਾਨ ਹੁੰਦੇ ਆ, ਅੰਦਰੋਂ ਅੰਦਰੀ ਸੁਪਨੇ ਬੀਜੇ ਹੁੰਦੇ ਆ ਕਿ ਅਸੀਂ ਵੀ ਇੱਕ ਦਿਨ ਜਿਹੜਾ ਵਾ ਅੰਬਰਾਂ ਦੇ ਵਿੱਚ ਉਡਾਰੀਆਂ ਲਾਵਾਂਗੀਆਂ, ਚਾਹੇ ਉਹ ਅਦਾਕਾਰੀ ਦਾ ਖੇਤਰ ਹੋਵੇ, ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ, ਚਾਹੇ ਕਿਸੇ ਤਰ੍ਹਾਂ ਦਾ ਵੀ ਖੇਤਰ ਹੋਵੇ। ਧੀਆਂ ਦੇ ਅਰਮਾਨ ਹੁੰਦੇ ਆ ਕਿ ਅਸੀਂ ਵੱਡੀ ਉਡਾਰੀ ਭਰੀਏ। ਮਾਪਿਆਂ ਦਾ ਉਹਦੇ ਵਿੱਚ ਅਹਿਮ ਯੋਗਦਾਨ ਹੁੰਦਾ ਵਾ ਹਰ ਧੀ ਦੇ ਪਿੱਛੇ। ਤੁਹਾਡੇ ਮਾਪਿਆਂ ਦਾ ਕਿਵੇਂ ਦਾ ਰੋਲ ਰਿਹਾ? ਸਰ ਡੇ 1 ਤੁਸੀਂ ਮੇਰੇ ਨਾਲ ਜੁੜੇ ਹੋ, ਡੇ 1 ਤੋਂ ਤੁਸੀਂ ਮੇਰੇ ਮੰਮਾ ਪਾਪਾ ਸਾਰਿਆਂ ਨੂੰ ਮਿਲੇ ਹੋ। ਪਹਿਲੀ ਇੰਟਰਵਿਊ ਤੁਸੀਂ ਮੇਰੀ ਕੀਤੀ ਅਤੇ ਤੁਹਾਨੂੰ ਪਤਾ ਹੈ ਕਿ ਕਿਵੇਂ ਪਾਪਾ ਕਿੰਨੇ ਸਪੋਰਟਿਵ ਰਹੇ ਮੇਰੇ ਸਾਰੀ ਜਰਨੀ ਦੇ ਵਿੱਚ। ਜਦੋਂ ਸ਼ੁਰੂਆਤ ਕੀਤੀ ਓਬਵੀਅਸਲੀ ਪੇਰੈਂਟਸ ਨਾਲੋਂ ਰਿਲੇਟਿਵ ਜ਼ਿਆਦਾ ਇਨਵੋਲਵਡ ਹੁੰਦੇ ਹੈ ਕਿ ਕਿਸ ਫੀਲਡ 'ਚ ਤੁਸੀਂ ਕੁੜੀ ਨੂੰ ਪਾ ਰਹੇ ਹੋ, ਇਹਦਾ ਕੋਈ ਫਿਊਚਰ ਨਹੀਂ ਹੈ ਇਸ ਫੀਲਡ ਦਾ, ਜਾਂ ਟਾਈਮ ਬਿੰਗ ਚੀਜ਼ ਹੈਗੀ ਹੈ, ਪੈਸ਼ਨ ਹੈ, ਪੈਸ਼ਨ ਵਾਂਗੂ ਕਰੋ, ਪੜ੍ਹਾਈ ਲਿਖਾਈ ਆਪਣੀ ਕਰਦੇ ਰਹੋ। ਮੇਰੇ ਤੋਂ ਵੱਧ ਮੇਰੇ ਤੱਕ ਨਾ ਕੋਈ ਚੀਜ਼ ਉਹਨਾਂ ਨੇ ਆਣ ਨਹੀਂ ਦਿੱਤੀ, ਟੂ ਬੀ ਓਨੈਸਟ। ਇੱਕ ਸ਼ੀਲਡ ਬਣ ਕੇ ਉਹ ਸਾਹਮਣੇ ਮੇਰੇ ਖੜੇ ਰਹੇ। ਜਦੋਂ ਕੋਈ ਚੀਜ਼ ਆਉਂਦੀ ਉਹ ਆਪ ਹੀ ਉਹਨੂੰ ਬਾਊਂਸ ਬੈਕ ਕਰਕੇ ਭੇਜ ਦਿੰਦੇ, ਮੈਨੂੰ ਪਤਾ ਵੀ ਨਹੀਂ ਲੱਗਦਾ। ਉਹ ਫੋਨ 'ਤੇ ਕਿਸੇ ਨਾਲ ਗੱਲ ਹੁੰਦੀ, ਕੋਈ ਕੁਝ ਕਹਿੰਦਾ, ਉਹ ਰਿਪਲਾਈ ਕਰ ਦਿੰਦੇ, ਤੇ ਮੇਰੇ ਤੱਕ ਕਦੇ ਕੋਈ ਚੀਜ਼ ਨਹੀਂ ਆਈ। ਜਦੋਂ ਹੌਲੀ ਹੌਲੀ ਫਿਲਮ ਮਿਲੀ ਆ, ਕੰਮ ਅੱਗੇ ਵਧਿਆ, ਕੋਈ ਨਾ ਕੋਈ ਅਵਾਰਡ ਜਿੱਤੇ, ਉਦੋਂ ਫਿਰ ਸਾਰੇ ਜਣੇ ਨਾਲ ਹੋ ਗਏ। ਸਾਰਿਆਂ ਨੂੰ ਪਤਾ ਲੱਗ ਗਿਆ ਨਹੀਂ ਦਿਸ ਇਜ਼ ਅ ਗੁੱਡ ਥਿੰਗ, ਬੱਚਾ ਸਾਡਾ ਗਰੋ ਕਰ ਰਿਹਾ। ਉਹਨਾਂ ਨੂੰ ਇੱਕ ਰੇ ਆਫ ਹੋਪ ਦਿਖੀ, ਇੱਕ ਸ਼ਾਈਨ ਦਿਖੀ ਕਿਤੇ ਨਾ ਕਿਤੇ, ਤੇ ਸੂਰਜ ਹੈਗਾ ਇਸ ਫੀਲਡ 'ਚ ਵੀ। ਅਤੇ ਬੱਚਾ ਜੇ ਕਰਨਾ ਚਾਹੁੰਦਾ ਫਿਰ ਮਾਈ ਰਿਲੇਟਿਵਸ, ਮਾਈ ਫਰੈਂਡਸ, ਮਾਈ ਫੈਮਿਲੀ, ਐਵਰੀਬਡੀ ਵਾਜ਼। ਅਤੇ ਇੱਕ ਹੋਰ ਗੱਲ ਕਿ ਮੈਨੂੰ ਲੱਗਦਾ ਜਿਵੇਂ ਮੇਰੇ ਮਦਰ ਕਨਿਕਾ ਦੁੱਗਲ, ਮੇਰੇ ਫਾਦਰ ਸੰਜੀਵ ਦੁੱਗਲ, ਉਹਨਾਂ ਨੇ ਜਿੰਨਾ ਮੇਰਾ ਸਾਥ ਦਿੱਤਾ ਹੈ ਨਾ ਸਰ ਇਸ ਰਸਤੇ 'ਤੇ ਤੁਰਨ ਲਈ, ਮੈਂ ਚਾਹਾਂਗੀ ਕਿ ਜਿੰਨੇ ਵੀ ਪੇਰੈਂਟਸ ਹੈ ਵੀਡੀਓ ਦੇਖ ਰਹੇ ਨੇ, ਜਿੰਨਾ ਤੱਕ ਸਾਡਾ ਸੁਨੇਹਾ ਪਹੁੰਚ ਰਿਹਾ ਹੈ, ਉਹ ਆਪਣੀ ਧੀਆਂ ਨੂੰ, ਆਪਣੇ ਪੁੱਤਰਾਂ ਨੂੰ ਪਲੀਜ਼ ਸਪੋਰਟ ਕਰਨ। ਜੇ ਉਹਨਾਂ ਦਾ ਕੋਈ ਡਰੀਮ ਹੈ, ਉਹ ਪਤਾ ਨਹੀਂ ਕਿੰਨੀ ਹਿੰਮਤ ਨਾਲ ਤੁਹਾਨੂੰ ਦੱਸਦੇ ਹੋਣਗੇ ਉਸ ਡਰੀਮ ਬਾਰੇ। ਅਤੇ ਉਹ ਜਿਸ ਰਸਤੇ ਚੱਲ ਰਹੇ, ਤੁਸੀਂ ਇੱਕ ਵਾਲ ਬਣ ਕੇ ਉਹਨਾਂ ਦੇ ਪਿੱਛੇ ਰਹੋ। ਉਹਨਾਂ ਨੂੰ ਡਿੱਗਣ 'ਤੇ ਤੁਸੀਂ ਦਿਓਗੇ ਨਹੀਂ, ਪਰ ਉਹਨਾਂ ਦਾ ਸਹਾਰਾ ਜ਼ਰੂਰ ਬਣੋ ਕਿ ਉਹ ਤੁਰਨ, ਉਹ ਬਸ ਵੱਧਦੇ ਰਹਿਣ ਅੱਗੇ। ਅਤੇ ਨਾਲ ਦੇ ਨਾਲ ਸਰ ਰੀਸੈਂਟਲੀ ਸਾਲ ਹੋਣ ਵਾਲਾ, ਹੁਣ ਮੇਰੀ ਮੈਰਿਜ ਹੋਈ ਹੈ। ਅਤੇ ਇੱਕ ਐਕਟਰ, ਇੱਕ ਆਰਟਿਸਟ ਨਾ ਹਮੇਸ਼ਾ ਲੱਭਦਾ ਹੈ ਕਿ ਕੋਈ ਇਹੋ ਜਿਹੇ ਲਾਈਫ ਪਾਰਟਨਰ ਨਾਲ ਮਿਲੇ ਕਿ ਜੋ ਉਹਦਾ ਸਪੋਰਟ ਕਰਨ। ਅਤੇ ਮੇਰੇ ਹਸਬੈਂਡ ਅਭਿਨਵ ਸਰਪਾਲ, ਉਹ ਇੱਕ ਆਰਕੀਟੈਕਟ ਨੇ, ਅਤੇ ਉਹ ਮੇਰੇ ਨਾਲ ਮੈਂ ਕਹਾਂਗੀ ਬਿਲਕੁਲ ਨਾਲ ਦੇ ਨਾਲ ਤੁਰ ਰਹੇ ਨੇ। ਮੇਰੇ ਪੇਰੈਂਟਸ ਤਾਂ ਸੀਗੇ ਹੀ ਮੇਰੇ ਸਪੋਰਟ ਕਰਨ ਲਈ, ਉਹ ਜਦੋਂ ਮੇਰੇ ਨਾਲ ਹੋ ਗਏ, ਉਹ ਸੋਨੇ ਤੇ ਸੁਹਾਗਾ ਹੋ ਗਿਆ, ਟੂ ਬੀ ਓਨੈਸਟ। ਅਤੇ ਮੇਰੇ ਮਦਰ ਇਨ ਲਾਅ ਸ਼ੈਲੀ ਸਰਪਾਲ, ਮੇਰੇ ਫਾਦਰ ਇਨ ਲਾਅ ਰਾਜਨ ਸਰਪਾਲ, ਉਹ ਵੀ ਇੰਨੇ ਪੋਜ਼ੀਟਿਵ, ਇੰਨੇ ਖੁਸ਼ ਹੁੰਦੇ ਆ ਨਾ। ਹੁਣੇ ਪਿੱਛੇ ਜਦੋਂ ਮੈਨੂੰ ਅਵਾਰਡ ਮਿਲਿਆ, ਪਾਪਾ ਮੇਰੇ ਨਾਲ ਨਹੀਂ ਸੀਗੇ, ਉਹ ਫੋਨ 'ਤੇ ਬੇਟਾ ਤੂੰ ਪਾਰਟੀ ਕਰਦੇ ਆ, ਮੈਂ ਸਾਰਾ ਕੁਝ ਪਲਾਨ ਕਰ ਰਿਹਾ, ਤੂੰ ਇੰਨਾ ਵਧੀਆ ਅਵਾਰਡ ਜਿੱਤਿਆ ਹੈ। ਪੂਰੀ ਕੀ ਪੂਰੀ ਫੈਮਿਲੀ, ਪੂਰੀ ਸਰਪਾਲ ਫੈਮਿਲੀ ਸਾਡੀ ਇੰਨੀ ਖੁਸ਼ ਹੁੰਦੀ ਹੈ। ਐਂਡ ਮੈਂ ਆਪਣੇ ਆਪ ਨੂੰ ਬਹੁਤ ਬਲੈਸਡ ਚਾਈਲਡ ਸਮਝਦੀ ਹਾਂ ਕਿ ਜੇ ਰੱਬ ਨੇ ਇੱਕ ਹੁਨਰ ਦਿੱਤਾ ਹੈ ਅਤੇ ਉਹਨੂੰ ਅੱਗੇ ਲੈ ਕੇ ਜਾਣ ਲਈ ਮੈਨੂੰ ਇਹੋ ਜਿਹੀ ਫੈਮਿਲੀ ਵੀ ਦਿੱਤੀ ਕਿ ਜਿਹੜੇ ਮੇਰੀ ਸਪੋਰਟ ਕਰ ਰਹੇ ਹੈ। ਇਹ ਬੜਾ ਘੱਟ ਹੁੰਦਾ ਹੈ, ਬਟ ਆਈ ਐਮ ਰੀਅਲੀ ਬਲੈਸਡ ਸਰ, ਸੀਰੀਅਸਲੀ। ਅਭਿਨਵ ਸਰਪਾਲ ਆਰਕੀਟੈਕਟ ਨੇ ਜੀ, ਕਦੀ ਸੋਚਿਆ ਕਿ ਇਹਨਾਂ ਨੂੰ ਵੀ ਨਾਲ ਹੀ ਅਦਾਕਾਰ ਬਣਾਉਣਾ? ਮੈਂ ਲੈ ਆਈ ਇਹਨਾਂ ਨੂੰ ਅਦਾਕਾਰੀ 'ਚ। ਉਹ ਮੈਂ ਕਹਿੰਦੇ ਨਾ ਰੱਬ ਬੁਲਾਈ ਜੋੜੀ। ਉਹਨਾਂ ਨੂੰ ਹਮੇਸ਼ਾ ਬੜਾ ਸ਼ੌਂਕ ਸੀਗਾ ਕਿ ਉਹ ਐਕਟਿੰਗ ਸਿੱਖਣ, ਐਕਟਿੰਗ ਸਕੂਲ ਵੀ ਉਹ ਜੁਆਇਨ ਕਰਨ ਲੱਗੇ ਸੀ ਅਨੁਪਮ ਖੇਰ ਜੀ ਦਾ, ਬੰਬੇ 'ਚ ਜਾ ਕੇ। ਐਂਡ ਬਟ ਓਬਵੀਅਸਲੀ ਸਾਡੀ ਫੀਲਡ ਐਸੀ, ਸਾਡੀ ਫੈਮਿਲੀ ਕੰਸਟਰਕਸ਼ਨ ਫੀਲਡ 'ਚ ਹੈ, ਅਤੇ ਉਹਨਾਂ ਨੇ ਵਰਕ ਜੁਆਇਨ ਕਰ ਲਿਆ, ਆਪਣਾ ਆਫਿਸ ਖੋਲ੍ਹ ਲਿਆ ਸੀ ਬਿਊਟੀਕੋ ਆਰਕੀਟੈਕਟਸ। ਅਤੇ ਉਹਦੇ ਨਾਲ ਜਦੋਂ ਤੁਸੀਂ ਤੁਸੀਂ ਕੰਮ ਵੱਲ ਅੱਗੇ ਵੱਧਦੇ ਰਹਿੰਦੇ, ਤੁਹਾਡਾ ਪੈਸ਼ਨ ਥੋੜ੍ਹਾ ਪਿੱਛੇ ਜਾਂਦਾ ਰਹਿੰਦਾ ਹੈ। ਬਟ ਫੋਰਚੂਨੇਟਲੀ ਕਿ ਸਾਡੀ ਇਹੋ ਜਿਹੀ ਜੋੜੀ ਬਣ ਗਈ ਕਿ ਅਸੀਂ ਐਕਟਿੰਗ ਵੀ ਕਰਦੇ ਹਾਂ ਹੁਣ।
ਉਹ ਵੀ ਐਕਟਿੰਗ ਕਰਦੇ ਹੈ, ਥੀਏਟਰ ਕਰਦੇ ਹੈ ਤੇ ਹੀ ਇਜ਼ ਵੈਰੀ ਹੈਪੀ ਇਨ ਐਕਟਿੰਗ। ਉਹ ਬੜੇ ਖੁਸ਼ ਹੁੰਦੇ ਨੇ, ਸਾਰਾ ਮੇਰਾ ਸਟ੍ਰੈਸ ਰਿਲੀਜ਼ ਹੋ ਜਾਂਦਾ ਐਕਟਿੰਗ ਕਰਕੇ। ਸੁਵਿਧਾ ਜੀ, ਅਭਿਨਵ ਸਰਪਾਲ ਦੇ ਨਾਲ ਰਲ ਕੇ ਕੋਈ ਭਵਿੱਖ ਦੇ ਵਿੱਚ ਕੋਈ ਯੋਜਨਾ ਹੈ ਜਾਂ ਕੋਈ ਥੀਏਟਰ ਨੂੰ ਜਾਂ ਰੰਗਮੰਚ ਨੂੰ ਜਾਂ ਫਿਲਮ ਜਗਤ ਵੱਲ ਕੋਈ ਤੁਸੀਂ ਨਵਾਂ ਕੋਈ ਜਿਹੜਾ ਵਾ ਉਹ ਕੰਮ ਕਰਨ ਜਾਓ ਦੋਵੇਂ ਜਣੇ ਰਲ ਕੇ, ਕੋਈ ਹੈ ਕੋਈ ਅਲੀਕੀ ਯੋਜਨਾ? ਜੀ ਜੀ ਬਿਲਕੁਲ ਸਰ। ਅਸੀਂ ਨਾ ਜਦੋਂ ਕੋਵਿਡ ਦਾ ਪੀਰੀਅਡ ਸੀ, ਹਰ ਇੱਕ ਆਰਟਿਸਟ ਸੋਚ ਰਿਹਾ ਸੀ ਉਹ ਕਿਵੇਂ ਆਪਣਾ ਯੋਗਦਾਨ ਕੁਝ ਕਰੇ, ਐਂਡ ਅਸੀਂ ਸਟਾਰਟ ਕੀਤਾ ਦ ਡਰਾਮਾ ਕਲੈਬ ਨਾਂ ਦੀ ਇੱਕ ਪ੍ਰੋਡਕਸ਼ਨ ਕੰਪਨੀ। ਐਂਡ ਇਸ ਕੰਪਨੀ 'ਚ ਅਸੀਂ ਵਰਕਸ਼ਾਪਸ ਕਰਦੇ ਹਾਂ, ਯੂਨੀਵਰਸਿਟੀਜ਼ 'ਚ ਜਾ ਕੇ, ਅਸੀਂ ਸਕੂਲਸ 'ਚ ਜਾ ਕੇ ਵਰਕਸ਼ਾਪਸ ਕਰਦੇ ਹਾਂ, ਜਿਹਦੇ ਰਿਗਾਰਡਿੰਗ ਅਸੀਂ ਐਕਟਿੰਗ ਦੇ ਰਿਗਾਰਡਿੰਗ, ਅਸੀਂ ਫਿਲਮ ਮੇਕਿੰਗ ਦੇ ਰਿਗਾਰਡਿੰਗ ਜਾ ਕੇ ਸਟੂਡੈਂਟਸ ਨੂੰ ਸਪੈਸ਼ਲੀ ਇੱਕ ਅਵੇਅਰਨੈਸ ਦਿੰਦੇ ਹਾਂ ਕਿ ਵਾਟ ਇਟ ਇਜ਼ ਅਬਾਊਟ ਐਂਡ ਹਾਊ ਯੂ ਕੈਨ ਪ੍ਰੋਸੀਡ ਇਨ ਦਿਸ ਫੀਲਡ। ਅਤੇ ਹੁਣ ਅਸੀਂ ਇੱਕ ਬੜੀ ਨਵੀਂ ਚੀਜ਼ ਲੈ ਕੇ ਆ ਰਹੇ ਅੰਮ੍ਰਿਤਸਰ ਲਈ ਸਰ। ਇਟ ਇਜ਼ ਗੋਇੰਗ ਟੂ ਬੀ ਦ ਫਰਸਟ ਐਵਰ ਐਕਟਿੰਗ ਸਟੂਡੀਓ ਇਨ ਅੰਮ੍ਰਿਤਸਰ, ਜਿੱਥੇ ਬੱਚੇ 4-5 ਸਾਲਾਂ ਤੋਂ ਲੈ ਕੇ 70-80 ਇਅਰਸ ਤੱਕ ਦੇ ਬਜ਼ੁਰਗ ਜਿਨ੍ਹਾਂ ਦੇ ਅੰਦਰ ਇੱਕ ਚਾਹ ਹੈ ਐਕਟਿੰਗ ਕਰਨ ਦਾ, ਐਕਟਿੰਗ ਸਿੱਖਣ ਦਾ, ਉਹ ਸਾਡੇ ਸਟੂਡੀਓ 'ਚ ਆ ਕੇ ਇਨਰੋਲ ਕਰ ਸਕਦੇ ਹੈ। ਅਸੀਂ ਉਹਨਾਂ ਨੂੰ ਐਕਟਿੰਗ ਵੀ ਸਿਖਾਵਾਂਗੇ, ਉਹਦੇ ਨਾਲ ਡਾਂਸ, ਫਿਟਨੈਸ, ਲਿਟਰੇਚਰ, ਬੁੱਕ ਕਲੱਬਸ, ਉਰਦੂ ਸਪੀਕਿੰਗ, ਇਹ ਸਭ ਕੁਝ ਸਾਡਾ ਉਸ ਚੀਜ਼ 'ਚ ਇਨਵੋਲਵਡ ਹੈ। ਇੱਕ ਅਸੀਂ ਕਲਚਰਲ ਹੱਬ ਬਣਾਉਣਾ ਚਾਹੁੰਦੇ ਹਾਂ ਕਿ ਜਿਹੜੀ ਚੀਜ਼ ਪੰਜਾਬ ਦੀ ਧਰਤੀ 'ਤੇ ਸਭ ਤੋਂ ਪਹਿਲਾਂ ਉਪਜੀ ਸੀ, ਕਲਚਰ ਉਹਦੀ ਮਿਠਾਸ, ਉਹ ਚੀਜ਼ ਬਰਕਰਾਰ ਰੱਖੀਏ ਕਿ ਸਾਡੀ ਜਨਰੇਸ਼ਨ ਹੀ ਹੈ, ਅਸੀਂ ਕੁਝ ਕਰਾਂਗੇ, ਕੋਈ ਬੀਜ ਬੋਵਾਂਗੇ, ਉਦੋਂ ਹੀ ਜਾ ਕੇ ਅੱਗੇ ਦੇ ਬੱਚੇ ਖਾਣਗੇ ਉਹ। ਅਤੇ ਉਹ ਚੀਜ਼ ਅਸੀਂ ਸ਼ੁਰੂਆਤ ਕਰ ਰਹੇ ਹਾਂ ਬੜੀ ਜਲਦੀ। ਵਿਦਿਨ 10-15 ਡੇਜ਼ ਵੀ ਆਰ ਗੋਇੰਗ ਟੂ ਓਪਨ ਇਟ ਇਨ ਅੰਮ੍ਰਿਤਸਰ, ਐਂਡ ਅਸੀਂ ਰਜਿਸਟ੍ਰੇਸ਼ਨ ਵੀ ਜਲਦੀ ਓਪਨ ਕਰਾਂਗੇ। ਜਿਹੜੇ ਬੱਚੇ ਜਿਨ੍ਹਾਂ ਨੂੰ ਸ਼ੌਂਕ ਹੈ ਕੁਝ ਐਕਟਿੰਗ ਸਿੱਖਣ ਦਾ, ਕਰਨ ਦਾ, ਸਕਰੀਨ ਦੇਖਣ ਦਾ ਕਿ ਹੁੰਦਾ ਕਿਵੇਂ ਹੈ, ਫਿਲਮਸ ਬਣਦੀਆਂ ਕਿਵੇਂ ਹੈ, ਐਕਟਿੰਗ ਕਰੀਦੀ ਕਿਵੇਂ ਹੈ, ਕਿਵੇਂ ਚਾਂਸ ਮਿਲਦੇ ਹੈ, ਕਿਵੇਂ ਆਡੀਸ਼ਨਸ ਦੇਈਦੇ ਹੈ, ਦਿਸ ਇਜ਼ ਗੋਇੰਗ ਟੂ ਬੀ ਅ ਵਨ ਸਟਾਪ ਦ ਡਰਾਮਾ ਕਲੱਬ। ਅੰਮ੍ਰਿਤਸਰ ਦੇ ਵਿੱਚ ਕਿਹੜੀ ਜਗ੍ਹਾ ਹੋਏਗੀ ਜਿੱਥੇ ਖੁੱਲ੍ਹੇਗਾ? ਸਾਡਾ ਆਫਿਸ ਹੈ ਡੀ-ਮਾਰਟ ਦੇ ਕੋਲ ਹੀ ਹੈਗਾ ਹੈ ਸਾਡਾ ਆਫਿਸ, ਐਲਫਰਨੋ ਬੇਕਰੀ ਦੇ ਉੱਤੇ 2nd ਫਲੋਰ 'ਤੇ ਵੀ ਆਰ ਗੋਇੰਗ ਟੂ ਓਪਨ ਇਟ। ਐਂਡ ਬਹੁਤ ਐਕਸਾਈਟਿਡ ਹਾਂ ਪੂਰੇ ਅੰਮ੍ਰਿਤਸਰ ਨੂੰ ਇਹ ਵੀ ਦੇਖ ਕੇ ਕਿ ਅਸੀਂ ਕੁਝ ਇੱਕ ਵਧੀਆ ਚੀਜ਼ ਦੇ ਰਹੇ ਹਾਂ, ਇੱਕ ਨਵਾਂ ਕਨਸੈਪਟ ਲੈ ਕੇ ਆ ਰਹੇ ਹਾਂ, ਅਤੇ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਵੀ ਲੋੜ ਹੋਏਗੀ। ਐਂਡ ਜਿਹੜੇ ਚਾਹਵਾਨ ਨੇ ਉਹ ਪਲੀਜ਼ ਸਾਨੂੰ ਕੰਟੈਕਟ ਵੀ ਕਰ ਸਕਦੇ ਆ ਸਾਡੇ ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ। ਸੁਵਿਧਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਜਾਗਰਣ ਕਨੈਕਸ਼ਨ ਅੰਮ੍ਰਿਤਸਰ ਦੀ, ਜਾਗਰਣ ਕਨੈਕਸ਼ਨ ਅੰਮ੍ਰਿਤਸਰ ਨੇ ਤੁਹਾਡੇ ਫਿਲਮ ਜਗਤ ਸੰਬੰਧੀ, ਤੁਹਾਡੇ ਰੰਗਮੰਚ ਦੇ ਸਫ਼ਰ ਸੰਬੰਧੀ ਕਿਸ ਤਰ੍ਹਾਂ ਦੇ ਰਾਹ ਖੋਲ੍ਹੇ ਔਰ ਵੀ ਕਿਵੇਂ ਦਾ ਤੁਹਾਨੂੰ ਸਹਿਯੋਗ ਰਿਹਾ? ਸਰ, ਮੈਂ ਰੰਗਮੰਚ ਤਾਂ ਸ਼ੁਰੂ ਕਰਤਾ ਸੀ ਕਾਫੀ ਪਹਿਲਾਂ, ਬਟ ਮੈਂ ਐਂਕਰਿੰਗ ਕਦੇ ਨਹੀਂ ਕੀਤੀ ਸੀ। ਦੈਨਿਕ ਜਾਗਰਣ ਅਤੇ ਪੰਜਾਬੀ ਜਾਗਰਣ ਵੱਲੋਂ ਕਰਵਾਇਆ ਗਿਆ ਜਾਗਰਣ ਕਨੈਕਸ਼ਨ ਮੇਰੀ ਐਂਕਰਿੰਗ ਦੀ ਸ਼ੁਰੂਆਤ ਸੀ, ਪਹਿਲੀ ਪੌੜੀ ਸੀ। ਅਤੇ ਉਹ ਪਹਿਲੀ ਪੌੜੀ ਇੰਨੀ ਲੰਬੀ ਸੀ ਕਿ ਮੈਂ 1.5 ਸਾਲ ਉਸੇ ਪੌੜੀ ਤੋਂ ਕਿੰਨੀਆਂ ਪੌੜੀਆਂ ਅੱਗੇ ਜੰਪ ਕਰ ਲਈਆਂ। ਅਤੇ ਉਸ ਤੋਂ ਬਾਅਦ ਮੈਨੂੰ ਅੱਗੇ ਵੀ ਐਂਕਰਿੰਗ 'ਚ ਕਾਫੀ ਚਾਂਸਿਸ ਮਿਲੇ, ਬਟ ਮੈਂ ਸਮਝਦੀ ਹਾਂ ਜੇ ਉਹ ਪਲੈਟਫਾਰਮ ਮੇਰੇ ਲਾਈਫ 'ਚ ਨਾ ਆਇਆ ਹੁੰਦਾ, ਜਾਂ ਜਿਹੜੇ ਓਪਰਚੁਨਿਟੀ ਮੈਨੂੰ ਦੈਨਿਕ ਜਾਗਰਣ, ਪੰਜਾਬੀ ਜਾਗਰਣ ਨੇ ਦਿੱਤੀ, ਉਹ ਮੈਨੂੰ ਨਾ ਦਿੱਤੀ ਹੁੰਦੀ, ਅਤੇ ਸ਼ਾਇਦ ਮੈਂ ਅੱਜ ਜਿੱਥੇ ਹੈਗੀ ਹਾਂ ਮੈਨੂੰ ਉਹ ਥੋੜ੍ਹੇ ਹੋਰ ਸਾਲ ਲੱਗ ਜਾਂਦੇ ਇੱਥੋਂ ਤੱਕ ਪਹੁੰਚਣ ਲਈ। ਮੈਂ ਮੰਨਦੀ ਹਾਂ ਮੈਂ 5 ਤੋਂ 10 ਸਾਲ ਦਾ ਕਵਰ ਅਪ 1.5 ਸਾਲ 'ਚ ਕਰ ਲਿਆ, ਜਿੰਨਾ ਮੈਨੂੰ ਐਕਸਪੀਰੀਅੰਸ ਉਸ ਚੀਜ਼ ਤੋਂ ਲੱਭ ਗਿਆ। ਅਤੇ ਜਿੰਨੀ ਨਿਊਜ਼ ਕਵਰੇਜ, ਜਿੰਨੇ ਲੋਕਾਂ ਤੱਕ ਮੈਂ ਪਹੁੰਚੀ, ਸ਼ਾਇਦ ਕੁਝ ਲੋਕ ਮੈਨੂੰ ਅੱਜ ਵੀ ਵੇਖ ਰਹੇ ਹੋਣ ਜਿਨ੍ਹਾਂ ਨੇ ਮੈਨੂੰ ਦੈਨਿਕ ਜਾਗਰਣ ਦੀ ਕਨੈਕਸ਼ਨ ਦੀ ਸਟੇਜ 'ਤੇ ਵੇਖਿਆ ਸੀ। ਅਸੀਂ ਡਾਂਸ ਕਰਾਉਂਦੇ ਸੀ, ਸਾਡੇ ਨਾਲ ਸਕੂਲਸ ਜੁੜੇ ਹੋਏ ਸੀਗੇ, ਐਂਡ ਇੱਕ ਇੰਨਾ ਪ੍ਰਾਊਡ ਫੀਲ ਹੁੰਦਾ ਆਪਣੇ ਆਪ 'ਚ ਹੀ ਕਿ ਬੜੀ ਘੱਟ ਵਾਰ ਹੁੰਦਾ ਤੁਸੀਂ ਪਿੱਛੇ ਦੇਖਦੇ ਹੋ ਕਿ ਤੁਸੀਂ ਕੀ ਕੀਤਾ ਹੈ। ਅਤੇ ਅੱਜ ਜਦੋਂ ਸਰ ਤੁਹਾਡੇ ਨਾਲ ਬੈਠੀਆਂ ਸੀ, ਉਹ ਪੁਰਾਣੀਆਂ ਯਾਦਾਂ ਯਾਦ ਕਰ ਰਹੇ ਹਾਂ, ਬਹੁਤ ਸਕੂਨ ਮਹਿਸੂਸ ਹੋ ਰਿਹਾ ਹੈ ਕਿ ਨਹੀਂ ਕੁਝ ਤਾਂ ਕੀਤਾ ਹੈ। ਅਤੇ ਅੱਜ ਜਿੰਨੀ ਵੀ ਜਾਗਰਣ ਦੀ ਫੈਮਿਲੀ ਸਾਨੂੰ ਦੇਖ ਰਹੀ ਹੈ, ਸਾਨੂੰ ਸੁਣ ਰਹੀ ਹੈ, ਲੋਟਸ ਆਫ ਲਵ ਟੂ ਯੂ ਐਂਡ ਦੇਰ ਇਜ਼ ਅ ਲੌਂਗ ਵੇ ਟੂ ਗੋ। ਮੈਨੂੰ ਲੱਗਦਾ ਜੇ ਅਸੀਂ ਅੱਜ ਸਰ ਇੱਥੇ ਇੰਨੇ ਸਾਲਾਂ ਬਾਅਦ ਬੈਠ ਕੇ ਡਿਸਕਸ਼ਨ ਕਰ ਸਕਦੇ ਹਾਂ, ਜਿਹੜੇ ਬੱਚੇ ਸਾਡੇ ਕੋਲ ਸੀ ਉਹ ਤਾਂ ਕਿੰਨੇ ਟੈਲੈਂਟਡ ਸੀਗੇ, ਅੱਜ ਉਹ ਪਤਾ ਨਹੀਂ ਕਿਹੜੀ ਉਚਾਈਆਂ 'ਤੇ ਪਹੁੰਚ ਗਏ ਹੋਣ, ਕਿਹੜੀਆਂ ਬੁਲੰਦੀਆਂ ਉਹਨਾਂ ਨੇ ਹਾਸਿਲ ਕਰ ਲਈਆਂ ਹੋਣ। ਇਟਸ ਅ ਵੈਰੀ ਪ੍ਰਾਊਡ ਮੂਮੈਂਟ। ਮੈਨੂੰ ਬੜਾ ਲੱਕੀ ਫੀਲ ਹੁੰਦਾ, ਬਹੁਤ ਬਲੈਸਡ ਫੀਲ ਹੁੰਦਾ ਸਰ।
ਤੇ ਹੁਣ ਅਸੀਂ ਤੁਹਾਨੂੰ ਵਿਖਾਵਾਂਗੇ ਸੁਵਿਧਾ ਦੁੱਗਲ ਜੀ ਦੇ ਨਾਲ ਜੁੜੀਆਂ ਕੁਝ ਝਲਕੀਆਂ, ਜਿਨ੍ਹਾਂ ਦੇ ਵਿੱਚ ਇਹਨਾਂ ਦਾ ਸ਼ੁਰੂਆਤੀ ਸਫ਼ਰ ਵੀ ਹੋਏਗਾ ਔਰ ਫਿਲਮਾਂ ਦੇ ਵਿੱਚ ਜਿਹੜੇ ਕੰਮ ਕੀਤੇ ਆ ਉਹਨਾਂ ਦੇ ਸੰਬੰਧੀ ਵੀ ਕੁਝ ਝਲਕੀਆਂ ਜਿਹੜੀਆਂ ਵਾ ਫੋਟੋਗ੍ਰਾਫੀ ਰਾਹੀਂ ਵਿਖਾਵਾਂਗੇ, ਤੇ ਨਾਲ ਹੀ ਜਿਹੜਾ ਅਵਾਰਡ ਜਿੱਤਿਆ ਵਾ PTC ਚੈਨਲ ਵੱਲੋਂ। ਇਹ ਸਾਰੀਆਂ ਹੀ ਝਲਕੀਆਂ ਜਿਹੜੀਆਂ ਯਾਦਾਂ ਹੁੰਦੀਆਂ ਨੇ ਜ਼ਿੰਦਗੀ ਦੀਆਂ, ਇਹ ਤੁਹਾਡੇ ਰੂਬਰੂ ਕਰਦੇ ਆ। ਦੇਖੋ, ਲਓ ਆਨੰਦ। ਸੁਵਿਧਾ ਦੁੱਗਲ ਜੀ, ਕੋਈ ਫਿਲਮ ਜਗਤ ਸੰਬੰਧੀ ਅਗਲੀ ਰਣਨੀਤੀ, ਭਵਿੱਖ ਦੀ ਰਣਨੀਤੀ ਤੁਹਾਡੀ? ਸਰ ਇਹੀ ਹੈ ਕਿ ਜਿਹੜਾ ਕੰਮ ਆ ਰਿਹਾ ਹੈ ਮੈਂ ਬੜੀ ਸ਼ਿੱਦਤ ਨਾਲ ਉਹਨੂੰ ਕਰ ਰਹੀ ਹਾਂ, ਉਹਨੂੰ ਨਿਭਾ ਰਹੀ ਹਾਂ ਆਪਣੇ ਆਪਣੇ ਕਿਰਦਾਰਾਂ 'ਚ, ਆਪਣੀ ਡਾਇਰੈਕਸ਼ਨ 'ਚ। ਅਤੇ ਬਸ ਇਹੀ ਹੈ ਕਿ ਮਾਪਿਆਂ ਨੇ ਜਿਹੜੇ ਸੰਸਕਾਰ ਦਿੱਤੇ ਹੈ, ਮੇਰੇ ਦਾਦੂ ਦਾਦੀ ਅੱਜ ਹੈਗੇ ਨਹੀਂ, ਕ੍ਰਿਸ਼ਨਾ ਦੁੱਗਲ ਅਤੇ ਸੁਰਿੰਦਰ ਦੁੱਗਲ, ਬਟ ਉਹਨਾਂ ਦੀ ਇੱਕ ਇੱਛਾ ਸੀਗੀ ਕਿ ਮੈਂ ਇੱਥੇ ਕਰਾਂ, ਅਤੇ ਅੱਜ ਮੈਨੂੰ ਉਹ ਦੇਖ ਰਹੇ ਹੋਣੇ ਆ ਕਿਤੇ ਨਾ ਕਿਤੇ ਬੈਠੇ, ਅਤੇ ਉਹ ਬੜੇ ਖੁਸ਼ ਹੋਣੇ ਆ। ਅਤੇ ਉਹਨਾਂ ਨੇ ਜਿਹੜੇ ਸੰਸਕਾਰ ਦਿੱਤੇ, ਉਹਨਾਂ ਨੇ ਜਿਹੜੀਆਂ ਸਿੱਖਿਆ ਦਿੱਤੀਆਂ, ਉਹਨਾਂ ਨੂੰ ਨਾਲ ਲੈ ਕੇ ਅੱਗੇ ਤੁਰ ਰਹੇ ਆ। ਸਮਾਜ ਨਾ ਸਰ ਬੜਾ ਉਹ ਹੈ ਕਿ ਕਿਸੇ ਨੂੰ ਨਾ ਅੱਗੇ ਨਹੀਂ ਜ਼ਿਆਦਾ ਵਧਣ ਦਿੰਦਾ, ਅਤੇ ਉਹੀ ਨਾ ਕਹਾਵਤ ਹੈ ਜਿਹੜੀ, ਆਪਣੀ ਪਿੱਠ 'ਤੇ ਆਪ ਹੀ ਥਾਪੀ ਮਾਰੋ ਅਤੇ ਤੁਰਦੇ ਰਹੋ। ਬਸ ਉਹੀ ਥੋੜ੍ਹੇ ਸਟੈਪਸ ਅੱਗੇ ਤੁਰਦੇ ਰਹਾਂਗੇ। ਤੁਹਾਡਾ ਸਪੋਰਟ ਚਾਹੀਦਾ ਹੈ, ਤੁਹਾਡੀਆਂ ਸ਼ੁਭਕਾਮਨਾ ਚਾਹੀਦੀਆਂ, ਬਲੈਸਿੰਗਸ ਚਾਹੀਦੀਆਂ ਸਰ ਤੁਹਾਡੀਆਂ ਵੀ, ਅਤੇ ਤੁਹਾਡਾ ਸਾਥ ਚਾਹੀਦਾ ਹੈ। ਬਸ ਇਹਦੇ ਨਾਲ ਹੀ ਅਸੀਂ ਅੱਗੇ ਚੱਲਦੇ ਰਹਿਣਾ ਹੈ। ਸੁਵਿਧਾ ਦੁੱਗਲ ਜੀ, ਸਾਡੀਆਂ ਤੇ ਦਿਲੋਂ ਸ਼ੁਭਕਾਮਨਾਵਾਂ ਹਮੇਸ਼ਾ ਹੀ ਤੁਹਾਡੇ ਨਾਲ ਰਹੀਆਂ ਵਾ। ਉਸ ਟਾਈਮ ਤੋਂ ਜਦੋਂ ਤੁਸੀਂ ਅਦਾਕਾਰੀ ਦੇ ਪੂਰੇ 35 ਅੱਖਰ ਵੀ ਨਹੀਂ ਸੀ ਜੀ ਜਾਣਦੇ, ਤਦ ਵੀ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਆਪਣੀ ਬੇਟੀ ਵਾਂਗੂ ਤੁਹਾਨੂੰ ਹਮੇਸ਼ਾ ਪਿਆਰ ਦਿੱਤਾ ਵਾ, ਅੱਗੇ ਵਧਣ ਲਈ ਪ੍ਰੇਰਿਆ ਵਾ, ਅਤੇ ਅੱਜ ਵੀ ਤੁਸੀਂ ਜਿਸ ਮੁਕਾਮ 'ਤੇ ਹੋ, ਕਾਫੀ ਸਫ਼ਰ ਤੈਅ ਕਰ ਲਿਆ। ਸਫ਼ਰ ਇਹ ਜ਼ਿੰਦਗੀ ਦਾ ਪੈਂਡਾ ਤੁਸੀਂ ਕਾਫੀ ਤੈਅ ਕੀਤਾ, ਇਹਦੇ ਵਿੱਚ ਕੌੜੇ ਮਿੱਠੇ ਤਜਰਬੇ ਵੀ ਤੁਹਾਨੂੰ ਹੋਏ ਆ, ਅਤੇ ਆਉਣ ਵਾਲੇ ਸਮੇਂ ਲਈ ਵੀ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਆ ਕਿ ਇਸੇ ਤਰ੍ਹਾਂ ਹੀ ਲਗਨ ਅਤੇ ਜਨੂੰਨ ਨਾਲ ਡਟ ਕੇ ਕੰਮ ਕਰੋ। ਅਦਾਕਾਰੀ ਦੇ ਅੰਬਰਾਂ ਦੇ ਵਿੱਚ ਧਰੂ ਤਾਰਾ ਬਣ ਕੇ ਚਮਕੋ, ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰੋ, ਆਪਣੇ ਸਹੁਰੇ ਪਰਿਵਾਰ ਦਾ ਨਾਂ ਰੋਸ਼ਨ ਕਰੋ, ਔਰ ਸਾਡੇ ਸਮਾਜ ਦੀ ਸ਼ਾਨ ਬਣੋ। ਅੱਜ ਐਪੀਸੋਡ 40 ਦੇ ਵਿੱਚ ਤੁਸੀਂ ਸਾਰਿਆਂ ਨੇ ਨੇੜਿਓਂ ਹੋ ਕੇ ਜਾਣਿਆ ਵਾ ਸੁਵਿਧਾ ਦੁੱਗਲ ਜੀ ਨੂੰ, ਜੋ ਫਿਲਮੀ ਅਦਾਕਾਰ ਵੀ ਨੇ ਅਤੇ ਰੰਗਮੰਚ ਦੇ ਅਦਾਕਾਰ ਵੀ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹ ਅੰਮ੍ਰਿਤਸਰ ਵਾਸੀਆਂ ਲਈ ਲੈ ਕੇ ਆ ਰਹੇ ਨੇ, ਸਪੈਸ਼ਲ ਇਸ ਇੰਟਰਵਿਊ ਦੇ ਵਿੱਚ ਦੱਸ ਚੁੱਕੇ ਨੇ। ਤੁਸੀਂ ਜੇ ਅਖੀਰ 'ਤੇ ਕੋਈ ਇਹ ਮੰਨ ਲਓ ਸੀਨ ਵੇਖਦੇ ਪਏ ਹੋ ਮੇਰੇ ਵਾਲਾ, ਅਤੇ ਇਹਨੂੰ ਬੈਕ ਕਰਕੇ ਵੀਡੀਓ ਨੂੰ ਜ਼ਰੂਰ ਵੇਖਿਓ ਕਿ ਕੀ ਕਿਹਾ, ਕਿ ਅੰਮ੍ਰਿਤਸਰ ਵਾਸੀਆਂ ਵਾਸਤੇ ਕੀ ਲੈ ਕੇ ਆ ਰਹੇ ਨੇ। ਸੋ ਜ਼ਰੂਰ ਹੀ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾ ਦਿਓ ਸੁਵਿਧਾ ਦੁੱਗਲ ਜੀ ਨੂੰ, ਅਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਹੀ ਮੇਰੇ ਦੋਸਤ ਨਵਦੀਪ ਸੋਤਾ ਜੀ ਇਹ ਪ੍ਰੋਗਰਾਮ ਕਵਰ ਕਰ ਰਹੇ ਆ। ਫਿਰ ਵਾਅਦਾ ਕਰਦੇ ਹਾਂ ਕਿ ਅਗਲੇ ਹਫਤੇ ਇਸੇ ਤਰ੍ਹਾਂ ਹੀ ਤੁਹਾਡੇ ਰੂਬਰੂ ਵਧੀਆ ਸ਼ਖਸੀਅਤ ਲੈ ਕੇ ਆਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।